ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਘਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹ ਕੀਓ, ਤੇ ਅਕਿਆਥ ਸੰਸਾਰ ਮਹਿ। ਬਾਰਹ ਮਹਾ ਮਾਂਝ, ਮਹਲਾ ਪੰਜਵਾ ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ਼ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਤੇਨ ਦੁਧੈ ਤੇ ਬਾਹਰੀ, ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਹਰ ਨਾਹ ਨ ਮਿਲਿਐ ਸਾਜਨੈ, ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਚੇਤ ਗੋਵਿੰਦ ਅਰਾਧੀਐ, ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹਿ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਖਾਲਸਾ ਜੀ, ਅੱਜ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਹੈ।
ਇਸ ਚੇਤ ਦੇ ਮਹੀਨੇ ਦੇ ਨਾਲ ਸੰਮਤ 553 ਆਰੰਭ ਹੋਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੋ ਮਾਝ ਰਾਗ ਅੰਦਰ ਚੇਤ ਦੇ ਮਹੀਨੇ ਦੇ ਪਰਥਾਏ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਪਾਵਨ ਸ਼ਬਦ ਦੀ ਵਿਚਾਰ ਮਾਣਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਨੂੰ ਵਿਰਾਮ ਦੇ ਕੇ ਅੱਜ ਚੇਤ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਦੇ ਬਖਸ਼ੇ ਹੋਏ ਪਾਵਨ ਸ਼ਬਦ ਦੀ ਵਿਚਾਰ ਹੋਵੇਗੀ। ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੋ ਸੋਦਰ ਹੈ ਰਾਜ ਸਾਹਿਬ ਜੀ ਦੇ ਪਾਠ ਦਾ ਸਮਾਂ ਹੈ ਉਹ ਤਬਦੀਲ ਹੋ ਕੇ 6:45 ਤੋਂ 7:25 ਤੱਕ ਕੀਤਾ ਗਿਆ। ਰੋਜ਼ਾਨਾ ਹਾਜ਼ਰੀਆਂ ਭਰਨ ਵਾਲੇ ਕਿਰਪਾ ਕਰਕੇ ਸਮਾਂ ਨੋਟ ਕਰਨ ਦੀ ਖੇਚਲ ਕਰਨਾ। 6:45 ਤੋਂ 7:25 ਤੱਕ ਸੋਦਰ ਰਾਜ ਸਾਹਿਬ ਜੀ ਦੇ ਪਾਠ ਦਾ ਸਮਾਂ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਸੰਗਤ ਦੇ ਸਹਿਯੋਗ ਸਦਕਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 238ਵਾਂ ਦਿੱਲੀ ਫਤਿਹ ਦਿਵਸ ਆਉਣ ਵਾਲੇ ਦਿਨਾਂ ਵਿੱਚ 17 ਮਾਰਚ ਨੂੰ ਬੁੱਧਵਾਰ ਜੋ ਸੁਭਾਸ਼ ਨਗਰ ਪੈਸੀਫਿਕ ਮਾਲ ਦੇ ਸਾਹਮਣੇ ਚੌਂਕ ਵਿੱਚ ਖਾਲਸਾਈ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਗਲੇ ਸਮੇਂ ਵਾਸਤੇ ਬੜੇ ਪਿਆਰ ਅਦਬ ਦੇ ਨਾਲ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਬਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ
ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਅੱਜ ਨਾਨਕ ਸ਼ਾਹੀ ਸੰਮਤ ਦਾ ਨਵਾਂ ਸਾਲ 553 ਆਰੰਭ ਹੋਇਆ। ਆਪ ਸਾਰੀਆਂ ਸੰਗਤਾਂ ਨੂੰ, ਸਮੁੱਚੇ ਸਿੱਖ ਜਗਤ ਨੂੰ, ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ 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 ਵਧਾਈਆਂ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਇਹ ਸਾਡੇ ਮਹੀਨੇ ਨਹੀਂ ਹਨ। ਇਹ ਜਿਹੜਾ ਅੰਗਰੇਜ਼ੀ ਕੈਲੰਡਰ ਹੈ, ਜਿਹੜਾ ਈਸਵੀ ਕੈਲੰਡਰ ਹੈ, ਜਾਂ ਜਿਹੜਾ ਈਸਾਈ ਧਰਮ ਨੇ, ਈਸਾਈ ਮਤ ਦੇ ਅਨੁਯਾਈਆਂ ਨੇ ਆਪਣੇ ਪੈਗੰਬਰ ਹਜ਼ਰਤ ਈਸਾ ਦੀ ਯਾਦ ਵਿੱਚ ਬਣਾਇਆ ਹੈ, ਇਹ ਉਹ ਕੈਲੰਡਰ ਹੈ। ਨਿਰਸੰਦੇਹ, ਨੋ ਡਾਊਟ ਕਿ ਵਰਲਡ ਵਾਈਡ ਇਹੀ ਕੈਲੰਡਰ ਜਿਹੜਾ ਹੈ ਅੱਜ ਇਹ ਚੱਲ ਰਿਹਾ ਹੈ। ਪਰ ਦੁਨੀਆ ਦੇ ਵਿੱਚ ਹੋਰ ਵੀ ਬੜੇ ਕੈਲੰਡਰ ਨੇ। ਮੁਸਲਮਾਨਾਂ ਦਾ ਆਪਣਾ ਵੀ ਕੈਲੰਡਰ ਹੈ, ਉਹਨੂੰ ਹਿਜਰੀ ਕੈਲੰਡਰ ਕਹਿੰਦੇ ਨੇ। ਹਿੰਦੂਆਂ ਦਾ ਆਪਣਾ ਕੈਲੰਡਰ ਹੈ, ਉਹਨੂੰ ਬਿਕਰਮੀ ਕੈਲੰਡਰ ਕਹਿੰਦੇ ਨੇ। ਮੁਸਲਮਾਨਾਂ ਨੇ ਆਪਣਾ ਕੈਲੰਡਰ ਬਣਾਇਆ ਹੈ, ਹਿੰਦੂਆਂ ਨੇ ਆਪਣਾ ਬਣਾਇਆ ਹੈ, ਈਸਾਈਆਂ ਨੇ ਆਪਣਾ ਬਣਾਇਆ ਹੈ। ਸਿੱਖ ਧਰਮ ਦੇ ਅਨੁਯਾਈਆਂ ਨੇ ਆਪਣਾ ਕੈਲੰਡਰ ਬਣਾਇਆ ਹੈ, ਜਿਹਨੂੰ ਆਪਾਂ ਨਾਨਕ ਸ਼ਾਹੀ ਸੰਮਤ ਕਹਿੰਦੇ ਹਾਂ। ਇਹਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਹੈ, ਪ੍ਰਕਾਸ਼ ਤੋਂ ਹੈ। 2 ਸਾਲ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ ਸੀ। ਅਗਲਾ ਸਾਲ ਆਇਆ ਤੇ 51ਵਾਂ ਹੋ ਗਿਆ, ਉਸ ਤੋਂ ਅਗਲਾ ਸਾਲ ਆਇਆ ਤੇ 52ਵਾਂ ਹੋ ਗਿਆ, ਇਹ ਹੁਣ 53ਵਾਂ ਹੋ ਗਿਆ। ਇਹ ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਾਨ ਕੀਤੇ ਗਏ ਨੇ। ਅੱਜ ਤੁਸੀਂ ਕਹਿੰਦੇ ਹੋ ਕਿ ਚੇਤ ਦਾ ਮਹੀਨਾ ਆਰੰਭ ਹੋਇਆ ਹੈ। ਚੇਤ ਦਾ ਮਹੀਨਾ ਅੰਗਰੇਜ਼ੀ ਕੈਲੰਡਰ ਵਿੱਚ ਨਹੀਂ ਹੈਗਾ। ਰਹੀ ਗੱਲ ਕੈਲੰਡਰ ਦੀ, ਕੈਲੰਡਰ ਕੋਈ ਗੁਰਬਾਣੀ ਨਹੀਂ ਹੈ ਕਿ ਇਹਦੇ ਵਿੱਚ ਕੋਈ ਅੱਗੇ ਪਿੱਛੇ ਨਹੀਂ ਹੋ ਸਕਦਾ, ਕੋਈ ਬਦਲਾਅ ਨਹੀਂ ਹੋ ਸਕਦਾ। ਕੈਲੰਡਰ ਕੀ ਹੈ? ਇਹ ਟਾਈਮ ਦੀ ਕੈਲਕੂਲੇਸ਼ਨ ਹੈ। ਟਾਈਮ ਨੂੰ ਮਾਪਣ ਤੋਲਣ ਦਾ ਇੱਕ ਕੈਲਕੂਲੇਟਰ ਹੈ। ਪਰ ਮੇਰੀ ਕੌਮ ਦੇ ਵਿੱਚ ਅਜੀਬ ਇੱਕ ਦੁਬਿਧਾ ਅਸੀਂ ਪੈਦਾ ਕਰ ਲਈ। ਅਸੀਂ ਇਹ ਕੈਲੰਡਰ ਮੰਨਣਾ ਹੈ ਜੀ, ਅਸੀਂ ਇਹ ਨਹੀਂ ਮੰਨਣਾ। ਦਿੱਲੀ ਕਮੇਟੀ ਨੇ ਤਾਂ ਫੈਸਲਾ ਕਰ ਲਿਆ ਕਿ ਜੋ ਫੈਸਲਾ ਅਕਾਲ ਤਖਤ ਸਾਹਿਬ ਦਾ ਹੈ ਅਸੀਂ ਤਾਂ ਉਹਦੇ ਨਾਲ ਜਾਣਾ ਹੈ, ਕਿਉਂਕਿ ਸਾਡੇ ਲਈ ਅਕਾਲ ਤਖਤ ਤੋਂ ਉੱਪਰ ਕੋਈ ਨਹੀਂ ਹੈਗਾ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਤੁਸੀਂ ਜਿੱਡੇ ਮਰਜ਼ੀ ਧਾਰਮਿਕ ਬੰਦੇ ਕੋਲ ਚਲੇ ਜਾਇਓ, ਉਹਨੂੰ ਆਪਣਾ ਦੁੱਖ ਦੱਸਿਓ, ਉਹ ਤੁਹਾਨੂੰ ਇੱਕ ਗੱਲ ਜ਼ਰੂਰ ਕਹੇਗਾ ਵੀ ਮੈਂ ਤੁਹਾਡੀ ਅਰਦਾਸ ਕਰਦਾ, ਮੈਂ ਤੁਹਾਨੂੰ ਸ਼ਬਦ ਦਿੰਦਾ,
ਹੋ ਸਕਦਾ ਕੋਈ ਪਖੰਡੀ ਧਾਗਾ ਤਵੀਤ ਵੀ ਦੇ ਦੇਵੇ, ਪਰ ਇੱਕ ਗੱਲ ਜ਼ਰੂਰ ਕਵੇਗਾ, ਕਿਉਂਕਿ ਉਹਨੂੰ ਪਤਾ ਹੈ ਵੀ ਜੇ ਮੇਰਾ ਧਾਗਾ ਤਵੀਤ ਨਾ ਚੱਲਿਆ ਤੇ ਮੇਰੀ ਹੱਟੀ ਵੀ ਨਹੀਂ ਚੱਲਣੀ। ਦੇਖੋ ਮੇਰੀ ਗੱਲ ਕੌੜੀ ਹੋ ਸਕਦੀ ਹੈ ਪਰ ਝੂਠੀ ਨਹੀਂ ਹੈ। ਇਸ ਕਰਕੇ ਉਹ ਤੁਹਾਨੂੰ ਇੱਕ ਗੱਲ ਜ਼ਰੂਰ ਕਵੇਗਾ, ਨਹੀਂ ਜੀ ਤੁਸੀਂ ਕਿਸੇ ਸਿਆਣੇ ਡਾਕਟਰ ਨੂੰ ਜ਼ਰੂਰ ਵਿਖਾਇਓ। ਵੀ ਗੱਲ ਵੀ ਠੀਕ ਹੈ, ਬਿਮਾਰੀ ਦਾ ਸੰਬੰਧ ਡਾਕਟਰ ਨਾਲ ਹੈ। ਅਗਰ ਕੈਲੰਡਰ ਦੀ ਕੋਈ ਗੱਲ ਤੁਹਾਨੂੰ ਠੀਕ ਨਹੀਂ ਲੱਗਦੀ ਤਾਂ ਜਿਹੜੇ ਕੈਲੰਡਰ ਦੇ ਡਾਕਟਰ ਨੇ ਤੁਸੀਂ ਉਹਨਾਂ ਨੂੰ ਫੜਾਓ ਕਿ ਭਾਈ ਸਾਨੂੰ ਟਾਈਮ ਕਿ ਸਾਨੂੰ ਤੁਸੀਂ ਇਹ ਟਾਈਮ ਨੂੰ ਮਾਪ ਤੋਲ ਕੇ ਦੱਸ ਦਿਓ ਵੀ ਇਹ ਕਿਵੇਂ ਘਟਦਾ ਹੈ ਤੇ ਕਿਵੇਂ ਵੱਧਦਾ ਹੈ। ਜਿਸ ਚੀਜ਼ ਵਿੱਚ ਨਹੀਂ ਫਰਕ ਪਾਇਆ ਜਾ ਸਕਦਾ ਉਹ ਗੁਰਬਾਣੀ ਹੈ। ਜੇ ਇੱਕ ਸਿੱਖ ਨੇ ਜਿਹੜਾ ਪਾਠ ਸੀ ਕਹਿ ਜਾਣੇ ਗੁਰਸੂਰਾ, ਹੁਣ ਕਹਿ ਪੜੋਗੇ ਤੇ ਲਾਵਾਂ ਆਉਣਗੀਆਂ, ਉਹਨੇ ਪੜ੍ਹ ਦਿੱਤਾ ਕਿ ਜਾਣੇ ਗੁਰਸੂਰਾ, ਉਹਨੇ ਉਹਦੀ ਸਿਹਾਰੀ ਬਣਾ ਦਿੱਤੀ। ਤੇ ਸਤਿਗੁਰਾਂ ਨੇ ਜਿਹੜਾ ਲਾਗੇ ਬੈਠਾ ਸੇਵਕ ਸੀ ਉਹਨੂੰ ਕਿਹਾ ਵੀ ਜਾ ਇਹਦੇ ਚਪੇੜ ਮਾਰ। ਇਹ ਸਾਖੀ 'ਚ ਇੱਦਾਂ ਹੀ ਲਿਖਿਆ ਹੈ। ਹੁਣ ਤੁਹਾਨੂੰ ਪਤਾ ਹੈ ਵੀ ਅਸੀਂ ਗੁਰੂ ਸਾਹਿਬ ਦੇ ਵੀ ਹੁਕਮ ਜਿਹੜੇ ਆ ਨਾ ਉਹ ਸਾਰੇ ਮੰਨਦੇ ਆ, ਪਰ ਮੰਨਦੇ ਓਨੇ ਆ ਜਿੰਨੇ ਕਿਸੇ ਨੂੰ ਸੂਟ ਕਰਦੇ ਆ। ਹੁਣ ਚਪੇੜ ਮਾਰਨ ਦੀ ਗੱਲ ਆਈ ਤੇ ਮੇਰੇ ਵਰਗੇ ਨੇ ਮਾਰਤੀ। ਹੁਣ ਜਿਹੜਾ ਬਾਣੀ ਪੜ੍ਹਦਾ ਸੀ ਉਹਨੇ ਆ ਕੇ ਕਿਹਾ, ਕਹਿੰਦਾ ਮਹਾਰਾਜ ਜੇ ਬਾਣੀ ਪੜ੍ਹਦਿਆਂ ਵੀ ਚਪੇੜਾਂ ਪੈਣੀਆਂ ਨੇ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਵੀ ਬਾਣੀ ਪੜ੍ਹਨ ਤੋਂ ਉੱਤਮ ਕੰਮ ਤਾਂ ਧਰਮ ਦਾ ਕੋਈ ਧਰਮ ਦੀ ਕਿਰਿਆ ਕੋਈ ਹੈ ਨਹੀਂ। ਤਾਂ ਇਤਿਹਾਸ ਕਹਿੰਦਾ ਹੈ ਕਿ ਸਤਿਗੁਰਾਂ ਨੇ ਆਖਿਆ ਸੀ ਵੀ ਤੈਨੂੰ ਬਾਣੀ ਪੜ੍ਹਨ ਤੋਂ ਨਹੀਂ, ਤੈਨੂੰ ਬਾਣੀ ਗਲਤ ਪੜ੍ਹਨ ਤੋਂ ਚਪੇੜ ਮਾਰੀ ਹੈ। ਤੁਸੀਂ ਬਾਣੀ ਨੂੰ ਗਲਤ ਨਹੀਂ ਪੜ੍ਹ ਸਕਦੇ, ਪਰ ਸੱਚੇ ਵੀ ਅਸੀਂ ਪੜ੍ਹਦੇ ਹਾਂ। ਹੁਣ ਸ਼ਬਦ ਹੈ ਕੁਮਤ, ਤੇ ਸ਼ਬਦ ਬੋਲਿਆ ਜਾਂਦਾ ਕੁਮਤ। ਕੁਮਤ ਸ਼ਬਦ ਹੈ ਹੀ ਨਹੀਂ, ਕੋਈ ਧਰਤੀ ਦੇ ਅੱਖਰ ਹੀ ਨਹੀਂ ਕੁਮਤ। ਸ਼ਬਦ ਹੈ ਕੁਮਤ, ਭੈੜੀ ਮਤ। ਫਿਰ ਜੇ ਕਿਸੇ ਨੇ ਸ਼ਬਦ ਅੱਗੇ ਪਿੱਛੇ ਕੀਤਾ, ਬਾਬੇ ਰਾਮ ਰਾਏ ਨੇ, 7ਵੇਂ ਗੁਰੂ ਜੀ ਦਾ ਵੱਡਾ ਪੁੱਤਰ ਸੀ ਉਹ। ਮਿੱਟੀ ਮੁਸਲਮਾਨ ਕੀ ਸ਼ਬਦ ਸੀ, ਉਹਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਜੀ ਮਿੱਟੀ ਬੇਈਮਾਨ ਕੀ। ਤੇ ਗੁਰੂ 7ਵੇਂ ਪਾਤਸ਼ਾਹ ਨੇ ਪੁੱਤਰ ਤਿਆਗ ਦਿੱਤਾ ਸੀ। ਤੁਸੀਂ ਬਾਣੀ ਦਾ ਅੱਖਰ ਨਹੀਂ ਬਦਲ ਸਕਦੇ, ਤੁਸੀਂ ਬਾਣੀ ਗਲਤ ਨਹੀਂ ਪੜ੍ਹ ਸਕਦੇ। ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਕਿ ਬਦਲੋਗੇ ਤਾਂ ਸਿਧਾਂਤ ਬਦਲ ਜਾਣਗੇ। ਅਗਰ ਤੁਸੀਂ ਉਚਾਰਨ ਬਦਲੋਗੇ ਤੇ ਅਰਥ ਬਦਲ ਜਾਣਗੇ। ਤੁਸੀਂ ਕੁਛ ਦਾ ਕੁਛ ਹੋਰ ਹੀ ਪੜ੍ਹੀ ਜਾਓਗੇ ਤੁਸੀਂ। ਪਰ ਇਹ ਉਹਨਾਂ ਚਿਰ ਮੇਰੇ ਕਹਿਣ ਦਾ ਜਾਂ ਮੇਰੇ ਤੋਂ ਪਹਿਲਾਂ ਜਿਹੜੇ ਆ ਇੱਥੇ ਆ ਕੇ ਬੋਲੇ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ, ਅਰਥ ਕੋਈ ਨਹੀਂ ਹੈਗਾ। ਕਿਉਂ? ਕਿਉਂਕਿ ਅੱਜ ਵੀ ਸਾਡੀ ਜ਼ਿੰਦਗੀ ਵਿੱਚ ਬਾਣੀ ਦਾ ਉਹ ਥਾਂ ਨਹੀਂ ਹੈ ਜਿਹੜਾ ਸਾਡੇ ਗੁਰੂਆਂ ਨੇ ਸਾਡੀ ਜ਼ਿੰਦਗੀ ਵਿੱਚ ਸਥਾਪਿਤ ਕੀਤਾ ਹੈ। ਸਾਡੀ ਜ਼ਿੰਦਗੀ ਵਿੱਚ ਬਾਣੀ ਕੀ ਹੈ? ਬਾਣੀ ਗੁਰੂ ਹੈ, ਕਵਿਤਾ ਨਹੀਂ ਹੈ। ਲੋਕ ਜਾਣੇ ਇਹ ਗੀਤ ਹੈ, ਲੋਕ ਤੇ ਸਮਝਦੇ ਨੇ ਗੀਤ ਹੈ।
ਇਸੇ ਕਰਕੇ ਕੋਈ ਰਾਗ ਵਿੱਚ ਪਾ ਕੇ ਗਾਈ ਜਾਂਦਾ ਹੈ, ਕੋਈ ਤਰਜਾਂ ਵਿੱਚ ਪਾ ਕੇ ਗਾਈ ਜਾਂਦਾ ਹੈ। ਇਹ ਗੀਤ ਨਹੀਂ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਰੱਬ ਦੇ ਘਰ ਦਾ ਗਿਆਨ ਹੈ। ਇਹ ਜਾਣਨਾ ਹੋਵੇ ਕਿ ਰੱਬ ਦੇ ਘਰ ਵਿੱਚ ਕੀ ਵਰਤਦਾ ਹੈ। ਪਰ ਇਹ ਕੌਣ ਜਾਣੇਗਾ? ਜਿਹੜਾ ਇਸ ਪੰਕਤੀ ਦੇ ਅਰਥ ਸਮਝੇਗਾ ਕਿ ਗੁਰ ਕੈ ਗ੍ਰਹਿ ਸੇਵਕ ਜੋ ਰਹੇ। ਜਿਹਨੇ ਰੱਬ ਦੇ ਘਰ ਵਿੱਚ ਰਹਿਣਾ ਹੈ, ਉਹਨੂੰ ਰੱਬ ਦੇ ਘਰ ਦੇ ਰੂਲ ਰੈਗੂਲੇਸ਼ਨ ਹੋਣੇ ਚਾਹੀਦੇ ਨੇ। ਪਰ ਆਪਾਂ ਤੇ ਰਹਿਣਾ ਹੀ ਨਹੀਂ, ਆਪਾਂ ਤੇ ਰੱਬ ਨੂੰ ਆਪਣੇ ਘਰ ਵਿੱਚ ਰੱਖਣਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਘਰ ਵਿੱਚ ਨਹੀਂ ਰਹਿਣਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰ ਵਿੱਚ ਰੱਖਣਾ ਹੈ। ਆਪਣੀ ਮਰਜ਼ੀ ਨਾਲ ਉਹਦਾ ਪ੍ਰਕਾਸ਼ ਕਰਨਾ ਹੈ, ਮਰਜ਼ੀ ਨਾਲ ਉਹਦਾ ਸੁਖ ਹਾਸਨ ਕਰਨਾ ਹੈ, ਮਰਜ਼ੀ ਨਾਲ ਉਹਨੂੰ ਖੋਲ੍ਹਣਾ ਹੈ, ਮਰਜ਼ੀ ਨਾਲ ਉਹਨੂੰ ਬੰਦ ਕਰਨਾ ਹੈ, ਮਰਜ਼ੀ ਨਾਲ ਅਸੀਂ ਪੜ੍ਹਨਾ ਹੈ ਤੇ ਮਰਜ਼ੀ ਨਾਲ ਅਸੀਂ ਉਹਦੀ ਅਗਰਬੱਤੀ ਧੂਪ ਬੱਤੀ ਵੀ ਕਰਨੀ ਹੈ। ਪਰ ਜਿਸ ਦਿਨ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ, ਇਹ ਗੱਲ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਤੋਂ ਮੈਂ ਸਾਹਮਣੇ ਬੈਠ ਕੇ ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਵਿੱਚ ਸੁਣੀ ਸੀ। ਉਹ ਕਹਿੰਦੇ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਲੱਭਣੇ ਹੋਣ ਤਾਂ 1430 ਅੰਗਾਂ ਦਾ ਜਿਹੜਾ ਤਾਤਪਰਜ ਹੈ, ਨਿਚੋੜ ਹੈ, ਉਹ ਤੁਹਾਨੂੰ ਜਪਜੀ ਸਾਹਿਬ ਚੋਂ ਮਿਲ ਸਕਦਾ ਹੈ। ਹੁਣ ਜੇ ਪੁੱਛੋ ਵੀ ਜਪਜੀ ਸਾਹਿਬ ਦਾ ਨਿਚੋੜ ਵੀ ਕਿਤੇ ਹੈਗਾ ਹੈ? ਹਾਂ ਹੈਗਾ ਭਾਈ। ਉਹ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ, ਰਜਾ ਦੇ ਵਿੱਚ ਤੁਰਨਾ, ਇਹ ਧਰਮ ਹੈ, ਇਹ ਸਿੱਖੀ ਹੈ, ਇਹ ਗੁਰਬਾਣੀ ਦਾ ਉਪਦੇਸ਼ ਹੈ। ਹੁਣ ਅਸੀਂ ਕਿੱਥੇ ਖਲੋਤੇ ਆ? ਅਸੀਂ ਇੱਥੇ ਖਲੋਤੇ ਆ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਨਹੀਂ ਚੱਲਣਾ, ਗੁਰੂ ਦੇ ਹੁਕਮ ਅਨੁਸਾਰ ਨਹੀਂ ਚੱਲਣਾ, ਕਿਉਂਕਿ ਸਾਨੂੰ ਹੁਕਮ ਮੰਨਣ ਦੀ ਨਹੀਂ, ਸਾਨੂੰ ਮਨਾਉਣ ਦੀ ਆਦਤ ਹੈ। ਤੋ ਬੰਦਿਆਂ ਨੂੰ ਮਨਾਉਂਦੇ ਮਨਾਉਂਦੇ ਅਸੀਂ ਮਹਾਰਾਜ ਨੂੰ ਵੀ ਮਨਾਉਣ ਲੱਗ ਜਾਂਦੇ ਵੀ ਤੁਸੀਂ ਵੀ ਮੰਨੋ ਜੀ। ਜੇ ਉਹ ਨਹੀਂ ਮੰਨਦਾ ਫਿਰ ਅਸੀਂ ਉਹਦੇ ਲਈ ਕੋਈ ਨਾ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਮੇਰੀ ਬੇਨਤੀ ਹੈ, ਜਿਸ ਬੰਦੇ ਨੇ ਰੱਬ ਦੇ ਘਰ ਵਿੱਚ ਰਹਿਣਾ ਹੈ, ਉਹਨੂੰ ਪਤਾ ਹੋਣਾ ਚਾਹੀਦਾ ਰੱਬ ਦੇ ਘਰ ਦਾ ਗਿਆਨ ਕੀ ਹੈ। ਉਹਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਬਹੁਤ ਜ਼ਰੂਰੀ ਹੈ, ਇਹਦੇ ਅਰਥ ਸਮਝਣੇ ਬੜੇ ਜ਼ਰੂਰੀ ਨੇ। ਔਰ ਜਿਹੜਾ ਵਿਅਕਤੀ ਰੱਬ ਦੇ ਘਰ ਵਿੱਚ ਰਹੇਗਾ, ਗੁਰੂ ਦੇ ਘਰ ਵਿੱਚ ਰਹੇਗਾ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਉਹਦੀ ਦੀ ਪਹਿਲੀ ਸ਼ਰਤ ਹੈ ਗੁਰ ਕੀ ਆਗਿਆ ਮਨ ਮੈਂ ਸਹਿ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਣ ਜੇ ਅਸੀਂ ਰੱਬ ਦੇ ਹੁਕਮ ਵਿੱਚ ਤੁਰੀਏ ਤਾਂ ਫਿਰ ਤਾਂ ਗੁਰਬਾਣੀ ਤੋਂ ਬਿਨਾਂ ਸਾਨੂੰ ਕੋਈ ਦੱਸ ਹੀ ਨਹੀਂ ਸਕਦਾ। ਨਾ ਕਿਸੇ ਨੂੰ ਪਤਾ ਹੈ ਰੱਬ ਕੌਣ ਹੈ, ਰੱਬ ਕਿੱਥੇ ਹੈ, ਰੱਬ ਕਿਹੋ ਜਿਹਾ ਹੈ, ਕਿਸੇ ਨੂੰ ਨਹੀਂ ਪਤਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਜਾ ਕੇ ਸਾਨੂੰ ਸਮਝ ਆਉਣੀ ਹੈ। ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਦਰਜਾ ਗੁਰੂ ਵਾਲਾ ਹੈ। ਸਾਡੇ ਲਈ ਗਿਆਨ ਦਾ ਦਾਤਾ ਗੁਰੂ ਤੋਂ ਬਿਨਾਂ ਕੋਈ ਨਹੀਂ, ਗੁਰਬਾਣੀ ਤੋਂ ਬਿਨਾਂ ਕੋਈ ਨਹੀਂ। ਇਸੇ ਕਰਕੇ ਇੱਕ ਸ਼ਬਦ ਹੈ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਪਤਾ ਕਰੋ ਬਈ, ਉਸ ਰੱਬ ਦੀ ਗੱਲ ਤੁਹਾਨੂੰ ਕੌਣ ਸੁਣਾਉਂਦਾ? ਸਾਨੂੰ ਬੰਦਿਆਂ ਦੀਆਂ ਗੱਲਾਂ ਨਹੀਂ ਚਾਹੀਦੀਆਂ।
ਹੁਣੇ ਭਾਈ ਹਰਜੀਤ ਸਿੰਘ ਗੁਰਦੀਪ ਸਿੰਘ ਹੋਰੀ ਕੀਰਤਨ ਕਰਕੇ ਗਏ ਨੇ, ਅਸੀਂ ਉਹਨਾਂ ਨੂੰ ਉੱਚੇ ਮੰਚ ਤੇ ਬਿਠਾਇਆ। ਦਰਬਾਰ ਦੇ ਵਿੱਚ ਉੱਚੀ ਸਟੇਜ ਲੱਗੀ, ਇੱਥੇ ਬਿਠਾਇਆ ਕਿਉਂਕਿ ਉਹਨਾਂ ਨੇ ਸਾਨੂੰ ਗੁਰੂ ਦਾ ਕੀਰਤਨ ਸੁਣਾਇਆ। ਹੁਣ ਤੁਸੀਂ ਮੈਨੂੰ ਬਿਠਾਇਆ ਕਿਉਂਕਿ ਮੈਂ ਤੁਹਾਨੂੰ ਗੁਰੂ ਦੀ ਗੱਲ ਸੁਣਾਉਣ ਲੱਗਿਆ। ਇਹ ਸਾਡੀ ਮਰਿਆਦਾ ਹੈ ਕਿ ਤੈ ਸਾਹਿਬ ਕੀ ਬਾਤ ਜੇ ਆਖੈ ਕਿਉ ਕਹੋ ਨਾਨਕ ਕਿਆ ਦੀਜੈ। ਸਤਿਗੁਰੂ ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ। ਉਹਦੇ ਲਈ ਕੁਰਸੀ, ਸੋਫਾ, ਸਟੂਲ, ਕੋਈ ਸੈਟੀ ਨਹੀਂ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਆਪਣਾ ਸਿਰ ਵੱਢੋ, ਉਹਦੇ ਅੱਗੇ ਰੱਖ ਦਿਓ ਕਿ ਭਾਜੀ ਤੁਸੀਂ ਮੇਰੇ ਸਿਰ ਤੇ ਬੈਠੋ। ਅਸੀਂ ਕਹਿੰਦੇ ਹਾਂ ਨਾ ਵੀ ਇਹ ਗੱਲ ਤੁਹਾਡੀ ਮੇਰੇ ਸਿਰ ਮਸਤਕ ਤੇ ਹੈ ਜੀ। ਸਾਨੂੰ ਕੋਈ ਸਿਰੋਂ ਪਾਉ ਮਿਲੇ, ਅਸੀਂ ਪਹਿਲਾਂ ਉਹ ਦਸਤਾਰ ਸਿਰ ਤੇ ਰੱਖਦੇ ਆ, ਉਹ ਸਿਰੋਂ ਪਾਉ ਸਿਰ ਤੇ ਰੱਖਦੇ ਆ। ਆਦਰ ਦੇ ਵਿੱਚ ਵੀ ਅਸੀਂ ਕਹਿੰਦੇ ਆ ਕਿ ਭਾਜੀ ਮੈਂ ਤੇ ਇਹਨਾਂ ਨੂੰ ਹਮੇਸ਼ਾ ਆਪਣੇ ਸਿਰ ਤੇ ਚੁੱਕ ਕੇ ਰੱਖਿਆ। ਜਿਹਦੀ ਬੇਇੱਜ਼ਤੀ ਕਰਨੀ ਹੋਵੇ ਉਹਨੂੰ ਪੈਰਾਂ 'ਚ ਸੁੱਟੀਦਾ, ਜਿਹਦੀ ਇੱਜ਼ਤ ਕਰਨੀ ਹੋਵੇ ਉਹਨੂੰ ਸਿਰ ਤੇ ਚੁੱਕੀਦਾ। ਰੱਬ ਦੀ ਗੱਲ ਕਰਨ ਵਾਲਾ ਸਾਡੇ ਲਈ ਸਭ ਤੋਂ ਉੱਚਾ ਹੈ। ਉਹਦਾ ਸਨਮਾਨ, ਉਹਦੀ ਰਿਸਪੈਕਟ, ਉਹਦਾ ਸਤਿਕਾਰ। ਪਰ ਗੁਰੂ ਬਾਣੀ ਹੈ, ਰੱਬ ਦੀ ਗੱਲ ਕਰਨ ਵਾਲਾ ਵੀ ਗੁਰੂ ਨਹੀਂ ਹੈ। ਉਹ ਸਾਡੇ ਲਈ ਸਤਿਕਾਰਯੋਗ ਹੈ ਕਿਉਂਕਿ ਸਾਨੂੰ ਸਾਡੇ ਗੁਰੂ ਦੀ ਗੱਲ ਸੁਣਾਉਂਦਾ। ਤਾਂ ਮੇਰੀ ਬੇਨਤੀ ਹੈ ਕਿ ਇੱਕ ਤਾਂ ਆਪਾਂ ਇਸ ਝਗੜੇ ਚੋਂ ਬਾਹਰ ਆਈਏ। ਵਿਦਵਾਨਾਂ ਦਾ ਇਹ ਵਿਸ਼ਾ ਹੈ, ਉਹ ਫੈਸਲਾ ਕਰਨ ਕਿ ਇਹ ਕੈਲੰਡਰ ਦਾ ਜਮਾ ਘਟਾਓ ਕੀ ਹੈ। ਰਹੀ ਅੱਜ ਦੇ ਦਿਨ ਦੀ ਗੱਲ ਕਿ ਅੱਜ ਸਾਡੀ ਜ਼ਿੰਦਗੀ ਵਿੱਚ ਸਾਡੇ ਵਿਸ਼ਵਾਸ, ਸਾਡੀ ਮਤ ਮੁਤਾਬਕ ਨਵਾਂ ਸਾਲ ਸ਼ੁਰੂ ਹੋਇਆ। ਅਜੇ ਵਪਾਰੀਆਂ ਦਾ ਸਾਲ ਸ਼ੁਰੂ ਹੋਣਾ ਹੈ, ਉਹਨਾਂ ਦਾ ਸਾਲ 31 ਮਾਰਚ ਨੂੰ ਖਤਮ ਹੁੰਦਾ ਹੈ, ਉਹਨਾਂ ਦਾ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਏਗਾ। ਈਸਾਈਆਂ ਦਾ 1 ਜਨਵਰੀ ਤੋਂ ਸ਼ੁਰੂ ਹੋਇਆ, ਸਾਡਾ ਅੱਜ 1 ਚੇਤਰ ਤੋਂ ਸ਼ੁਰੂ ਹੋ ਰਿਹਾ ਹੈ। ਔਰ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਇਹਦੇ ਪਰਥਾਏ ਸਤਿਗੁਰੂ ਨੇ ਸਾਨੂੰ ਬਾਣੀ ਬਖਸ਼ੀ ਹੈ। ਹੁਣ ਸ਼ਬਦ ਕੀ ਹੈ? ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ ਕਿ ਰੱਬ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ। ਹੁਣ ਇੰਨੀ ਗੱਲ ਹੀ ਮੰਨ ਲਈਏ ਆਪਾਂ? ਨਹੀਂ, ਅਸੀਂ ਇੱਕੋ ਹੀ ਗੱਲ ਮੰਨ ਕੇ ਬੈਠੇ ਵੀ ਜਾਂ ਤੇ ਰੱਬ ਗੁਰਦੁਆਰੇ ਵਿੱਚ ਹੈ, ਜਾਂ ਰੱਬ ਮੰਦਿਰ ਵਿੱਚ ਹੈ, ਜਾਂ ਰੱਬ ਮਸੀਤ ਵਿੱਚ ਹੈ, ਜਾਂ ਰੱਬ ਚਰਚ ਵਿੱਚ ਹੈ। ਇਹਨਾਂ 4-5-7 ਥਾਵਾਂ ਤੇ ਜਦੋਂ ਕੋਈ ਗਲਤੀ ਹੁੰਦੀ ਹੈ, ਬੜਾ ਬਾਬ ਵੇਲਾ ਖੜਾ ਹੁੰਦਾ ਹੈ, ਦੰਗੇ ਫਸਾਦ ਵੀ ਹੋ ਜਾਂਦੇ ਨੇ, ਕਿਉਂਕਿ ਅਸੀਂ ਮੰਨ ਲਿਆ ਕਿ ਰੱਬ ਇੱਥੇ ਹੈ। ਨਹੀਂ, ਇਹ ਰੱਬ ਨੂੰ ਸਮਝਣ ਦੇ, ਰੱਬ ਨੂੰ ਸਮਝਾਉਣ ਦੇ ਇਹ ਅਸਥਾਨ ਨੇ ਭਾਈ। ਇੱਥੇ ਆ ਕੇ ਤੇ ਪਤਾ ਲੱਗਦਾ ਕਿ ਰੱਬ ਕੇਵਲ ਇੱਥੇ ਨਹੀਂ, ਰੱਬ ਤੁਹਾਡੇ ਨਾਲ ਵੀ ਹੈ, ਰੱਬ ਤੁਹਾਡੇ ਘਰ ਵੀ ਹੈ। ਇੱਥੇ ਆਓਗੇ ਤੇ ਪਤਾ ਲੱਗੇਗਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਮੇਰੇ ਨਾਲ ਹੈ। ਇੱਥੇ ਨਹੀਂ ਆਓਗੇ ਤੇ ਤੁਸੀਂ ਇਹੀ ਸੋਚੀ ਜਾਓ ਵੀ ਰੱਬ ਤੇ ਗੁਰਦੁਆਰੇ ਹੈ, ਘਰ ਤੇ ਮੇਰਾ ਆਪਣਾ, ਮੈਂ ਜੋ ਮਰਜ਼ੀ ਕਰਾਂ। ਇਸੇ ਕਰਕੇ ਉਹ ਜਿਹੜੀ ਧਰਤੀ ਧਰਮਸ਼ਾਲਾ ਰੱਬ ਨੇ ਬਣਾਈ ਸੀ, ਉਹ ਚੋਰਾਂ ਦੀ
ਰਹਿਣ ਦੀ ਥਾਂ ਬਣ ਗਈ। ਹੁਣ ਤੁਸੀਂ ਕਹੋਗੇ ਜੀ ਗਿਆਨੀ ਜੀ ਤੁਹਾਨੂੰ ਕੀ ਹੱਕ ਹੈ ਕਹਿਣ ਦਾ? ਮੈਂ ਨਹੀਂ ਕਹਿ ਰਿਹਾ। ਇਹ ਗੱਲ ਮੇਰੇ ਤੋਂ ਕਈ ਸੈਂਕੜੇ ਸਾਲ ਪਹਿਲਾਂ ਰੱਬ ਦੇ ਭਗਤ ਕਹਿ ਕੇ ਗਏ ਨੇ। ਮੈਂ ਤੇ ਪੜ੍ਹੀ ਹੈ ਤੇ ਤੁਹਾਨੂੰ ਬੇਨਤੀ ਕਰ ਦਿੱਤੀ ਹੈ। ਕਬੀਰ, ਲਿਖ ਲਓ, ਲਿਖਣਾ ਹੈ ਤਾਂ, ਕਬੀਰ ਧਰਤੀ ਸਾਧਕੀ, ਇਹ ਧਰਤੀ ਸਾਧੂਆਂ ਵਾਸਤੇ ਬਣੀ ਸੀ ਕਿ ਉਹ ਨੇਕ ਕੰਮ ਕਰਦੇ, ਉਹ ਭਲੇ ਕੰਮ ਕਰਦੇ, ਪਰ ਤਸਕਰ ਬੈਠੇ ਗਾਹੇ, ਚੋਰਾਂ ਨੇ ਕਬਜ਼ਾ ਕਰ ਲਿਆ। ਤਸਕਰ ਕਿਹਨੂੰ ਕਹਿੰਦੇ ਨੇ? ਸ਼ਾਇਦ ਦੂਜਾ ਸ਼ਬਦ ਛੇਤੀ ਸਮਝ ਆਵੇ। ਕਹਿੰਦੇ ਉਹ ਬੰਦਾ ਤਸਕਰੀ ਵਿੱਚ ਫੜਿਆ ਗਿਆ, ਚੋਰੀ 'ਚ। ਤਸਕਰੀ ਕਹੋਗੇ ਤੇ ਚੋਰੀ ਹੈ, ਤਸਕਰ ਕਹੋਗੇ ਤੇ ਚੋਰ ਹੈ। ਧਰਤੀ ਥਾਪ ਰੱਖੀ ਧਰਮਸ਼ਾਲ, ਇਹ ਧਰਤੀ ਤੇ ਰੱਬ ਦਾ ਘਰ ਬਣਾ ਕੇ ਪਰਮਾਤਮਾ ਨੇ ਸਥਾਪਿਤ ਕੀਤੀ ਸੀ। ਜਦੋਂ ਗੁਰੂ ਨਾਨਕ ਸਾਹਿਬ ਆਏ, ਇਹ ਗੱਲ ਤੁਸੀਂ ਭਾਈ ਗੁਰਦਾਸ ਜੀ ਤੋਂ ਸੁਣੀ ਹੈ ਕਿ ਸੁਣੀ ਪੁਕਾਰ ਦਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਫਿਰ ਉੱਥੇ ਇੱਕ ਗੱਲ ਹੋਰ ਵੀ ਸੁਣੀ ਹੋਏਗੀ ਕਿ ਉਹ ਜਿਹੜੀ ਪੁਕਾਰ ਹੈ, ਪੁਕਾਰ ਕਰਨ ਵਿੱਚ ਕੌਣ ਕੌਣ ਸ਼ੁਮਾਰ ਹੈ, ਕੌਣ ਕੌਣ ਸ਼ਾਮਲ ਹੈ ਬਈ? ਉੱਥੇ ਇਤਿਹਾਸ ਵਿੱਚ ਆਉਂਦਾ ਹੈ ਕਿ ਇਹ ਧਰਤੀ ਵੀ ਸ਼ਾਮਲ ਹੈ। ਧਰਤੀ ਨੇ ਦਾਦੇ ਸ਼ਿਵ ਰਾਮ ਤੋਂ ਲੈ ਕੇ, ਦਾਦੀ ਬਨਾਰਸੀ ਤੋਂ ਲੈ ਕੇ, ਭੈਣ ਬੇਬੇ ਨਾਨਕੀ ਤੋਂ ਲੈ ਕੇ, ਇਸ ਧਰਤੀ ਨੇ ਵੀ ਪੁਕਾਰ ਕੀਤੀ ਹੈ। ਉਹਨੇ ਆਖਿਆ ਸੀ ਸਤਜੁਗ ਮੈਂ ਚਾਰੋ ਚਰਨ। ਆਖਿਆ ਮਹਾਰਾਜ ਜਦੋਂ ਸਤਜੁਗ ਹੁੰਦਾ ਸੀ, ਧਰਮ ਦੇ 4 ਪੈਰ ਹੁੰਦੇ ਸੀ। ਹੁਣ ਤੁਸੀਂ ਵੇਖ ਲਓ, ਹਰਨਾਕਸ਼ ਨੇ ਸਤਜੁਗ ਵਿੱਚ ਭਗਤੀ ਕੀਤੀ ਹੈ, ਦੱਸ ਕੇ ਕੀਤੀ ਹੈ, ਮਿੱਥ ਕੇ ਕੀਤੀ ਹੈ ਕਿ ਮੈਂ ਦੇਵਤਿਆਂ ਦੇ ਕੋਲੋਂ ਆਪਣੇ ਭਰਾ ਦਾ ਬਦਲਾ ਲੈਣਾ ਹੈ। ਕਿਉਂਕਿ ਵਿਸ਼ਨੂੰ ਜੀ ਨੇ ਵਰਾ ਅਵਤਾਰ ਧਾਰਨ ਕਰਕੇ ਮੇਰੇ ਭਰਾ ਨੂੰ ਮਾਰ ਦਿੱਤਾ। ਉਹਨੇ ਧੋਖਾ ਨਹੀਂ ਕੀਤਾ। ਹੁਣ ਅੱਗੇ ਆਇਆ ਤ੍ਰੇਤਾ ਯੁੱਗ। ਹੁਣ ਤ੍ਰੇਤੇ 'ਚ ਕਿੰਨੇ ਧੋਖੇ ਹੋਏ। ਰਾਵਣ ਦੀ ਹਿੰਮਤ ਨਹੀਂ ਪਈ ਕਿ ਆਪਣੇ ਬਾਹੂਬਲ ਦੇ ਨਾਲ ਉਹ ਸੀਤਾ ਜੀ ਨੂੰ ਚੁੱਕ ਕੇ ਲੈ ਜਾਂਦਾ। ਉਹਨੇ ਧੋਖਾ ਕੀਤਾ। ਸੁਨਹਿਰੀ ਮਿਰਗ ਪੰਚਵਟੀ ਦੇ ਅੱਗੋਂ ਕੱਢਿਆ। ਸ਼੍ਰੀ ਰਾਮ ਚੰਦਰ ਉਧਰ ਚਲੇ ਗਏ, ਆਪ ਉਹ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ। ਫਿਰ ਦੁਆਪਰ ਆਇਆ, ਉੱਥੇ ਵੀ ਮਹਾਭਾਰਤ ਜੰਗ ਨੂੰ ਜਿੱਤਣ ਵਾਸਤੇ ਝੂਠ ਬੋਲਿਆ ਗਿਆ। ਅਸਵਥਾਮਾ ਹਾਤੋ। ਬਾਅਦ ਵਿੱਚ ਰੌਲਾ ਪਾਤਾ ਨਹੀਂ ਜੀ ਉਹ ਤੇ ਹਾਥੀ ਸੀਗਾ ਜੀ। ਆ ਜਿਹੜਾ ਵਾਲ ਕੱਟਣ ਦੀ ਗੱਲ ਸ਼ੁਰੂ ਹੋਈ ਹੈ, ਕਿੱਥੋਂ ਸ਼ੁਰੂ ਹੋਈ ਪਤਾ ਤੁਹਾਨੂੰ? ਇਹ ਰੁਕਮਣੀ ਦੇ ਭਰਾ ਤੋਂ ਸ਼ੁਰੂ ਹੋਈ ਹੈ। ਉਹਨੇ ਐਸਾ ਪਾਪ ਕੀਤਾ, ਕ੍ਰਿਸ਼ਨ ਜੀ ਕਹਿੰਦੇ ਮੈਂ ਇਸ ਨੂੰ ਮਾਰਾਂਗਾ। ਉਹ ਕਹਿੰਦੀ ਛੱਡ ਦਿਓ, ਮੇਰਾ ਵੀਰ ਹੈ। ਕਹਿੰਦੇ ਚੰਗਾ ਫਿਰ ਇਹਦਾ ਆਪਾਂ ਸਿਰ ਮੁੰਨ ਦਿੰਦੇ ਹਾਂ। ਹੁਣ ਆਪਾਂ ਫੈਸ਼ਨ ਬਣਾ ਲਿਆ ਸਿਰ ਮੁੰਨਣਾ। ਅਗਰ ਮੈਂ ਗਲਤ ਕਵਾਂ ਤਾਂ ਤੁਸੀਂ ਮੈਨੂੰ ਵੀ ਪੜ੍ਹਾ ਸਕਦੇ ਹੋ ਵੀ ਗਿਆਨੀ ਜੀ ਤੁਹਾਡਾ ਅਧੂਰਾ ਗਿਆਨ ਹੈ। ਜਿੰਨੀ ਕਿ ਮੈਨੂੰ ਸਮਝ ਆਈ ਹੈ, ਰਾਮਾਨੰਦ ਸਾਗਰ ਦੀ ਰਮਾਇਣ ਤੋਂ ਪਹਿਲਾਂ ਤੁਸੀਂ ਕੋਈ ਐਸੀ ਉਦਾਹਰਨ ਦੇ ਦਿਓ ਕਿ ਜਿਹਦੇ ਵਿੱਚ ਦਾੜੀ ਨਹੀਂ ਸੀ ਹੁੰਦੀ, ਮੁੱਛਾਂ ਨਹੀਂ ਸੀ ਹੁੰਦੀਆਂ, ਸਿਰ ਦੇ ਵਾਲ ਨਹੀਂ ਸੀ ਹੁੰਦੇ। ਅੱਛਾ, ਉਹਨੇ ਵੀ ਕਲਾਕਾਰੀ ਕੀਤੀ ਹੈ। ਭੀਸ਼ਮ ਪਿਤਾਮੇ ਦੀ ਦਾੜੀ ਵੀ ਹੈਗੀ ਹੈ, ਦਰੋਣਾਚਾਰੀਆ ਦੀ ਵੀ ਹੈਗੀ ਹੈ, ਈਵਨ ਧ੍ਰਿਤਰਾਸ਼ਟਰ ਦੀ ਵੀ ਹੈਗੀ ਹੈ।
ਉਹਨੇ ਸ਼੍ਰੀ ਰਾਮਚੰਦਰ ਜੀ ਤੇ ਲਕਸ਼ਮਣ ਜੀ ਦੀ ਦਾੜੀ ਨਹੀਂ ਬਣਾਈ। ਰਾਹ ਕੱਢ ਦਿੱਤਾ ਵੀ ਚਲੋ ਇਦਾਂ ਹੀ ਤੁਰੇ ਚਲੋ ਬਈ। ਹਜ਼ਰਤ ਈਸਾ ਦੀ ਫੋਟੋ ਵੀ ਵੇਖੋਗੇ, ਦਾੜੀ ਮੁੱਛਾਂ ਤੇ ਸਿਰ ਦੇ ਵਾਲ ਹੈਗੇ। ਅੱਜ ਵੀ ਮੋਏ ਮੁਬਾਰਕ ਕਸ਼ਮੀਰ ਵਿੱਚ, ਸ਼੍ਰੀਨਗਰ ਵਿੱਚ ਅੱਜ ਵੀ ਮੌਜੂਦ ਹੈ ਹਜ਼ਰਤ ਮੁਹੰਮਦ ਸਾਹਿਬ ਦਾ ਕੇਸ। ਉਹਨਾਂ ਦੇ ਵਿੱਚ ਵੀ ਸਿਰਫ ਲਬਾਂ ਕੱਟਣ ਦੀ ਗੱਲ, ਛਾਤੀ ਦੇ ਵਾਲ ਕੱਟਣ ਦੀ ਗੱਲ ਆਈ ਹੈ। ਕਥਾ ਉਹਦੀ ਬੜੀ ਲੰਬੀ ਹੈ। ਮੈਂ ਉਧਰ ਜਾਵਾਂਗਾ ਤੇ ਮੇਰਾ ਤਾਂ ਆਪਣਾ ਇਹ ਅੱਜ ਦਾ ਸ਼ਬਦ ਵੀ ਰਹਿ ਜਾਏਗਾ। ਪਰ ਜਦੋਂ ਆ ਗਿਆ ਕਲਯੁਗ, ਹੁਣ ਤੇ ਫਿਰ ਤੁਸੀਂ ਵੇਖਿਆ ਹੀ ਹੈ ਕੀ ਹਾਲਾਤ ਨੇ। ਹੁਣ ਤੇ ਹਾਲਾਤ ਇਹ ਨੇ, ਗਿਆਨੀ ਜੀ, ਕਿਸੇ ਦੇ ਭਲੇ ਵਾਸਤੇ ਝੂਠ ਬੋਲਣ 'ਚ ਕੀ ਹਰਜ ਹੈ? ਇਹ ਉਦਾਹਰਨ ਦਿੱਤੀ ਜਾਂਦੀ ਹੈ। ਤੁਹਾਨੂੰ ਪਤਾ ਹੈ ਅਗਰ ਆਦਮੀ ਠੀਕ ਹੋਵੇ ਤੇ ਝੂਠ ਦੀ ਕੀ ਲੋੜ ਹੈ? ਡਿਜ਼ਰਵ ਕਰਦਾ ਹੋਵੇ ਝੂਠ ਦੀ ਕੀ ਲੋੜ ਹੈ? ਬਸ ਝੂਠ ਦੇ ਪ੍ਰਥਾਏ ਇੱਕੋ ਹੀ ਪੰਕਤੀ ਚੇਤੇ ਰੱਖ ਲੈਣਾ, ਜਹ ਝੂਠ ਤਹ ਪਾਪ ਹੈ। ਜਿੱਥੇ ਝੂਠ ਬੋਲਿਆ ਜਾ ਰਿਹਾ ਹੈ ਸਮਝ ਲੈਣਾ ਇੱਥੇ ਪਾਪ ਲੁਕਾਇਆ ਜਾ ਰਿਹਾ ਹੈ। ਅਗਰ ਪਾਪ ਨਾ ਛੁਪਾਉਣਾ ਹੁੰਦਾ ਝੂਠ ਬੋਲਣ ਦੀ ਲੋੜ ਕੋਈ ਨਹੀਂ ਸੀ। ਝੂਠ ਬੋਲਣ ਦੀ ਲੋੜ ਨਹੀਂ ਸੀ। ਦੁੱਖ ਇਸ ਗੱਲ ਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਅਸੀਂ ਝੂਠ ਬੋਲਦੇ ਹਾਂ, ਪਰ ਜਿੱਥੇ ਅਸੀਂ ਸਮਝਦੇ ਵੀ ਨਹੀਂ ਜੀ ਉਹ ਤੇ ਰੱਬ ਨੂੰ ਮੰਨਦੇ ਹੀ ਨਹੀਂ। ਮੈਂ ਅੱਜ ਵੀ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਉੱਥੇ ਸਭ ਤੋਂ ਘੱਟ ਝੂਠ ਬੋਲਿਆ ਜਾਂਦਾ ਹੈ। ਬਹੁਤ ਰੇਅਰ ਕਿ ਕੋਈ ਆਦਮੀ ਝੂਠ ਬੋਲਦਾ ਹੋ। ਉਹ ਝੂਠ ਨਹੀਂ ਬੋਲਦੇ। ਅਸੀਂ ਮਹਾਰਾਜ ਦੀ ਫੋਟੋ ਤੇ ਹੱਥ ਰੱਖ ਕੇ ਵੀ ਝੂਠ ਬੋਲਦੇ ਆ। ਜੇ ਇਉਂ ਵੀ ਕਹਿ ਲਈਏ ਤੇ ਕੋਈ ਗੱਲ ਐਸੀ ਨਹੀਂ ਹੈ। ਜਿਹੜੇ ਪਿੰਡਾਂ ਦੇ ਗੁਰਦੁਆਰੇ ਨੇ ਉਹ ਅਸੀਂ ਬਣਾਈ ਇਸ ਸਹੁੰ ਚੁੱਕਣ ਵਾਸਤੇ ਨੇ। ਉਹ ਤੂੰ ਮੇਰੇ ਪੱਠੇ ਵੱਢੇ, ਕਹਿੰਦਾ ਨਹੀਂ, ਕਹਿੰਦਾ ਵੜ ਗੁਰਦੁਆਰੇ। ਤੂੰ ਸਾਡੀ ਮੱਝ ਚੋਰੀ ਕੀਤੀ, ਕਹਿੰਦਾ ਨਹੀਂ, ਕਹਿੰਦਾ ਚੱਲ ਵੜ ਗੁਰਦੁਆਰੇ। ਤੂੰ ਮੇਰੀ ਦੁਕਾਨ ਦਾ ਜਿੰਦਰਾ ਤੋੜਿਆ, ਕਹਿੰਦਾ ਨਹੀਂ, ਕਹਿੰਦਾ ਚੱਲ ਚੜ ਗੁਰਦੁਆਰੇ। ਮੱਥਾ ਟੇਕਣ ਕੋਈ ਨਹੀਂ ਜਾਂਦਾ। ਉਹ ਤੇ ਜਿਵੇਂ ਉਹ ਅੱਜ ਉਹ ਵਿਗਿਆਨਕ ਇੱਕ ਪੁਰਜਾ ਆਇਆ ਹੈ ਨਾ ਵੀ ਜਿਹੜਾ ਝੂਠ ਬੋਲੇ ਉਹਨੂੰ ਚੈੱਕ ਕੀਤਾ ਜਾਂਦਾ ਹੈ, ਉਹਦਾ ਟੈਸਟ ਕਰਕੇ ਵੀ ਪਤਾ ਕਰੋ ਵੀ ਝੂਠ ਬੋਲਦਾ ਕਿ ਨਹੀਂ। ਅਸੀਂ ਤੇ ਗੁਰਦੁਆਰੇ ਇਸ ਕੰਮ ਲਈ ਰੱਖ ਲਏ, ਸਿੱਖਣ ਸਿਖਾਉਣ ਲਈ ਤਾਂ ਰੱਖੇ ਹੀ ਨਹੀਂ। ਗੱਲ ਇਹ ਸੀ ਕਿ ਰੱਬ ਇੱਕ ਹੈ, ਰੱਬ ਇੱਕ ਥਾਂ ਤੇ ਨਹੀਂ ਹੈ। ਰੱਬ ਕੇਵਲ ਗੁਰਦੁਆਰੇ ਵਿੱਚ ਨਹੀਂ। ਜਿੱਦਣ ਤੁਹਾਨੂੰ ਇਹ ਗੱਲ ਸਮਝ ਆ ਗਈ, ਤੁਹਾਨੂੰ ਜਾਂ ਮੈਨੂੰ, ਉਦਣ ਸਾਡਾ ਸੇਵਾ ਦਾ ਥਾਂ ਕੇਵਲ ਗੁਰਦੁਆਰਾ ਨਹੀਂ ਰਹੇਗਾ। ਫਿਰ ਸਾਰੀ ਧਰਤੀ ਤੁਹਾਡੀ ਹੋ ਜਾਏਗੀ। ਮੈਂ ਫਿਰ ਉਸ ਔਰਤ ਦਾ ਨਾਂ ਲੈ ਕੇ ਤੁਹਾਨੂੰ ਕਹਿਣਾ ਚਾਹੁੰਦਾ, ਸ਼ਾਹੀ ਘਰਾਣਾ ਇੰਗਲੈਂਡ, ਉਹਨਾਂ ਦੇ ਘਰ ਦੀ ਬਹੂ, ਉਹਦਾ ਨਾਂ ਹੈ ਡਾਇਨਾ। ਉਹਨੇ ਆਪਣਾ ਪਤੀ ਛੱਡਿਆ, ਉਹਨੇ ਮੁਸਲਮਾਨ ਡੋਡੀ ਨਾਲ ਜਾ ਕੇ ਦੂਜੀ ਸ਼ਾਦੀ ਕੀਤੀ। ਉਹਨਾਂ ਦੋਨਾਂ ਦਾ ਕਾਰ ਐਕਸੀਡੈਂਟ ਦੇ ਵਿੱਚ ਖਾਤਮਾ ਹੋਇਆ। ਮੈਂ ਗੁਰੂ ਦੀ ਹਜ਼ੂਰੀ 'ਚ ਤੁਹਾਨੂੰ ਕਹਿ ਰਿਹਾ, ਮੈਂ ਸਾਰਿਆਂ ਦਾ ਨਹੀਂ ਕਹਿੰਦਾ, ਆਪਣਾ ਕਹਿਣਾ ਮੈਂ, ਕਿ ਇਸ 55-56 ਸਾਲਾਂ ਦੀ ਉਮਰ ਵਿੱਚ ਉਸ ਔਰਤ ਦੇ ਨੜੋਏ ਤੇ, ਉਸ ਔਰਤ ਦੀ ਅਰਥੀ ਤੇ, ਉਸ ਔਰਤ ਦੀ ਅੰਤਮ ਯਾਤਰਾ ਦੇ ਵਿੱਚ 60 ਲੱਖ ਲੋਕ ਸ਼ਾਮਲ ਹੋਏ। ਅਜੇ ਤੱਕ ਮੈਂ ਹੋਰ ਕਿਸੇ ਦੇ ਨਹੀਂ ਵੇਖੇ ਕਿ ਕਿਸੇ ਦੀ ਅਰਥੀ ਨਾਲ 60 ਲੱਖ ਲੋਕ ਗਏ ਹੋਣ। 80 ਮੁਲਕਾਂ ਵਿੱਚ ਲਾਈਵ ਟੈਲੀਕਾਸਟ ਹੋਇਆ ਔਰ 6 ਘੰਟੇ ਇੰਡੀਆ ਦੇ ਵਿੱਚ ਲਾਈਵ ਚੱਲਿਆ। ਔਰ 6 ਘੰਟੇ ਮੈਂ ਬੈੱਡ ਤੇ ਬਹਿ ਕੇ
ਸਾਹਮਣੇ ਟੀਵੀ ਤੇ ਵੇਖਿਆ। ਮੈਂ ਉਨਾ ਹੀ ਉੱਠਿਆ ਹੋਵਾਂਗਾ ਜਿੰਨਾ ਬਾਥਰੂਮ ਗਿਆ। ਹੁਣ ਇਹ ਉਸ ਔਰਤ ਦਾ ਜੀਵਨ ਹੈ। ਮੈਂ ਤੁਹਾਨੂੰ ਨਟਸ਼ਲ ਦੱਸ ਦਿੱਤੀ ਗੱਲ, ਵੀ ਇਹਦੇ 'ਚ ਲੁਕਾਉਣ ਵਾਲੀ ਗੱਲ ਕੋਈ ਨਹੀਂ। ਹੁਣ ਤੁਸੀਂ ਕਹੋਗੇ ਵੀ ਉਹ ਕਿਹੜੀ ਮਹਾਤਮਾ ਸੀ ਜੀ, ਉਹ ਕਿਹੜੇ ਧਰਮ ਨਾਲ ਰਿਲੇਟਡ ਸੀ ਜੀ, ਉਹ ਕਿਹੜਾ ਮੰਤਰ ਜਾਪ ਕਰਦੀ ਸੀ ਜੀ, ਉਹਨੇ ਕਿਹੜੇ ਧਾਰਮਿਕ ਚਿੰਨ੍ਹ ਪਾਏ ਹੋਏ ਸੀਗੇ। ਉਹ ਕੋਈ ਨਹੀਂ ਸੀ ਪਾਉਂਦੀ। ਫੈਸ਼ਨ ਉਹਦੇ ਨਾਲ ਚੱਲਦਾ ਸੀ, ਉਹ ਫੈਸ਼ਨ ਨਾਲ ਨਹੀਂ ਸੀ ਚੱਲਦੀ। ਉਹ ਜਿੱਦਾਂ ਦੇ ਵਾਲ ਬਣਾ ਲੈਂਦੀ ਸੀ, ਦੁਨੀਆ ਬਣਾਉਣ ਭੱਜ ਪੈਂਦੀ ਸੀ। ਉਹ ਜਿੱਦਾਂ ਦੇ ਸੈਂਡਲ ਪਾਉਂਦੀ ਸੀ, ਦੁਨੀਆ 'ਚ ਵਿਕਣੇ ਸ਼ੁਰੂ ਹੋ ਜਾਂਦੇ ਸੀ। ਅਗਰ ਮੈਂ ਗਲਤ ਕਹਾਂ ਤੇ ਮੈਨੂੰ ਜ਼ਰੂਰ ਫੋਨ ਕਰਕੇ ਵੀ ਕਹਿ ਸਕਦੇ ਹੋ ਤੁਸੀਂ। ਪਰ ਇੱਕ ਕੰਮ ਕਰਦੀ ਸੀ। ਰਹਿੰਦੀ ਕਿੱਥੇ ਸੀ? ਇੰਗਲੈਂਡ ਵਿੱਚ। ਚੈਰਿਟੀ ਕਿੱਥੇ ਕਰਦੀ ਸੀ? ਅਫਰੀਕਾ ਵਿੱਚ। ਕੀ ਚੈਰਿਟੀ ਕਰਦੀ ਸੀ ਉਹ ਆਪਣੇ ਪਾਏ ਕੱਪੜੇ ਵੇਚਦੀ ਸੀ, ਆਪਣੇ ਸੈਂਡਲ, ਆਪਣੀਆਂ ਸਕਲਟਾਂ, ਆਪਣੇ ਕੱਪੜੇ। ਉਹ ਲੱਖਾਂ ਕਰੋੜਾਂ ਰੁਪਈਆ ਲੈ ਕੇ ਅਫਰੀਕਾ ਜਾਂਦੀ ਸੀ, ਜਿੱਥੇ ਭੁੱਖਮਰੀ ਹੈ। ਉੱਥੇ ਜਾ ਕੇ ਲੋਕਾਂ ਦੇ ਵਿੱਚ ਚੈਰਿਟੀ ਕਰਦੀ ਸੀ। ਗਰੀਬਾਂ ਦੇ ਬੱਚੇ ਚੁੱਕ ਲੈਂਦੀ ਸੀ ਉਹ। ਅਸੀਂ ਅਮੀਰ ਦੇ ਬੱਚੇ ਦਾ ਤੇ ਨੱਕ ਵੀ ਸਾਫ਼ ਕਰ ਦਿਆਂਗੇ, ਗਰੀਬ ਦੇ ਬੱਚੇ ਨੂੰ ਤੇ ਚਪੇੜਾਂ ਨੇ, ਭਾਵੇਂ ਸਾਡੇ ਕੋਲ 2 ਮਰਵਾ ਲਓ, ਭਾਵੇਂ 4 ਮਰਵਾ ਲਓ। ਅਸੀਂ ਘਰੋਂ ਤੁਰਦੇ ਹਾਂ, ਗੁਰਦੁਆਰੇ ਵਾਲੇ ਪਾਸੇ ਨੂੰ ਚੀਜ਼ ਲੈ ਕੇ। ਸੁਣੋ, ਭਾਈ ਕੱਟੂ ਆਇਆ ਸੀ ਸ਼ਹਿਦ ਲੈ ਕੇ। ਕਹਿੰਦਾ ਜੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣਾ ਹੈ। ਰਸਤੇ ਵਿੱਚ ਕਿਸੇ ਨੇ ਪੁੱਛਿਆ ਵੀ ਕੀ ਹੈ? ਕਹਿੰਦਾ ਜੀ ਸ਼ਹਿਦ ਹੈ। ਉਹਨੇ ਕਿਹਾ ਮੈਂ ਕੋੜੀ ਹਾਂ, ਕੁਸ਼ਟ ਰੋਗੀ, ਮੈਨੂੰ ਦੇ ਦੇ। ਮੈਨੂੰ ਹਕੀਮ ਨੇ ਕਿਹਾ ਵੀ ਜੇ ਛੋਟੀ ਮੱਖੀ ਦਾ ਸ਼ਹਿਦ ਹੋਵੇ, ਉਹਦੇ ਵੀ ਚੇਤਾ ਰੱਖਣਾ, ਸ਼ਹਿਦ ਦੀ ਵੀ ਅੱਗੇ ਵੈਰਾਈਟੀ ਹੈ, ਵੰਨਗੀ ਹੈ। ਜਿਹੜੀ ਮੋਟੀ ਮੱਖੀ ਔਰ ਛੋਟੀ ਮੱਖੀ ਹੈ, ਦੋਵਾਂ ਦੇ ਸ਼ਹਿਦ ਵਿੱਚ ਫਰਕ ਹੈ। ਜਿਵੇਂ ਬਦਾਮ ਨੇ ਨਾ, ਛੋਟੀ ਗਿਰੀ ਜਿਹੜੀ ਹੈ ਉਹ ਬੜੀ ਗੁਣਕਾਰੀ ਹੈ ਵੱਡੀ ਨਾਲੋਂ। ਤੇ ਮੇਰੇ ਵਰਗਾ ਸੀ ਪ੍ਰੇਮੀ, ਉਹਨੇ ਵਟਿਆ ਨੱਕ, ਤੈਨੂੰ ਦੇ ਦੇ। ਇਹ ਲੈ ਕੇ ਚੱਲਿਆ ਮੈਂ ਸੱਚੇ ਪਾਤਸ਼ਾਹ ਲਈ। ਤੁਹਾਨੂੰ ਲੱਗੇਗਾ ਵੀ ਬੜਾ ਗਿਆਨੀ ਜੀ ਪ੍ਰੇਮੀ ਹੈ, ਬੜਾ ਪ੍ਰੇਮ ਇਹਨੂੰ ਗੁਰੂ ਹਰਗੋਬਿੰਦ ਸਾਹਿਬ ਨਾਲ। ਪਰ ਜਦੋਂ ਗਿਆ ਗੁਰੂ ਹਰਗੋਬਿੰਦ ਸਾਹਿਬ ਕੋਲੇ, ਸਤਿਗੁਰੂ ਕਹਿਣ ਲੱਗੇ ਕੀ ਲੈ ਕੇ ਆਏ ਹੈ? ਕਹਿੰਦਾ ਜੀ ਸ਼ਾਇਦ ਬੜਾ ਮੁਸ਼ਕਲ ਲੱਭਿਆ, ਛੋਟੀ ਮੱਖੀ ਦਾ ਸ਼ਾਇਦ ਲੱਭਦਾ ਨਹੀਂ ਹੈ, ਬੜੀ ਮੁਸ਼ਕਲ ਚੋ ਕੇ ਲੈ ਕੇ ਆਇਆ। ਸਤਿਗੁਰੂ ਕਹਿੰਦੇ ਨਹੀਂ ਚਾਹੀਦਾ। ਕਿਉਂ ਮਹਾਰਾਜ? ਸਤਿਗੁਰੂ ਕਹਿੰਦੇ ਰਸਤੇ ਵਿੱਚ ਤੇਰੇ ਕੋਲੋਂ ਮੰਗਿਆ ਸੀ, ਤੂੰ ਦਿੱਤਾ ਨਹੀਂ। ਸਤਿਗੁਰੂ ਮੈਂ ਇਹ ਗਲਤੀ ਕਰ ਹੀ ਨਹੀਂ ਸਕਦਾ, ਮੈਂ ਲਿਆਂਦਾ ਹੀ ਤੁਹਾਡੇ ਲਈ ਹੈ। ਸਤਿਗੁਰੂ ਕਹਿੰਦੇ ਚੇਤਾ ਕਰ, ਤੇਰੇ ਕੋਲੋਂ ਰਸਤੇ 'ਚ ਕਿਸੇ ਨੇ ਮੰਗਿਆ ਸੀ? ਹਾਂ ਜੀ। ਕਹਿੰਦਾ ਕੋੜੀ ਨੇ ਮੰਗਿਆ ਸੀ। ਤੇ ਸਤਿਗੁਰੂ ਕਹਿੰਦੇ ਉਹਦੇ ਵਿੱਚ ਅਸੀਂ ਤੈਨੂੰ ਨਜ਼ਰ ਨਹੀਂ ਆਏ? ਤੁਹਾਨੂੰ ਲੱਗਦਾ ਹੈ ਅਸੀਂ ਤੇ ਜੀ ਚੌਲ ਬਣਾ ਕੇ ਲਿਜਾਨੇ ਹਾਂ ਜੀ, ਬ੍ਰੈਡ ਪਕੌੜੇ ਲੈ ਕੇ ਜਾਣੇ ਹਾਂ ਜੀ, ਛੋਲੇ ਲੈ ਕੇ ਜਾਣੇ ਹਾਂ ਜੀ। ਮਹਾਰਾਜ ਸੁਣਦਾ ਹੀ ਨਹੀਂ। ਉਹ ਮਹਾਰਾਜ ਕੀ ਸੁਣੇ? ਜਿਨ੍ਹਾਂ ਗਲੀਆਂ 'ਚੋਂ ਲੰਘ ਕੇ ਆਏ ਉੱਥੇ ਭੁੱਖੇ ਬੈਠੇ ਨੇ, ਤੁਸੀਂ ਉਹਨਾਂ ਨੂੰ ਨਹੀਂ ਦਿੱਤੇ, ਕਿਉਂਕਿ ਤੁਸੀਂ ਸ਼ੋਅ ਅਪ ਕਰਨਾ ਸੀ ਵੀ ਉੱਥੇ ਜਾ ਕੇ ਕਰੀਏ ਜਿੱਥੇ ਸਾਡਾ ਨਾਂ ਹੋਵੇ। ਡੈਨਾ ਉੱਥੇ ਜਾ ਕੇ ਚੈਰਿਟੀ ਕਰਦੀ ਹੈ ਜਿੱਥੇ ਉਹਨੂੰ ਨਾਂ ਦੀ ਲੋੜ ਨਹੀਂ। ਅੱਜ ਵੀ ਦੁਨੀਆ ਦੇ ਵਿੱਚ ਜੇ ਸਭ ਤੋਂ ਵੱਧ ਕਿਤਾਬ ਵਿਕੀ ਹੈ ਤਾਂ ਉਸ ਔਰਤ ਦੀ ਵਿਕੀ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਉਹਦੇ ਜੀਵਨ ਦੇ ਰਸਤੇ ਤੇ ਸਾਨੂੰ ਚੱਲਣਾ ਚਾਹੀਦਾ ਹੈ, ਉਹਦੇ ਔਗਣ ਹੁਣ ਛੱਡ ਦਿਓ। ਮੈਂ ਨਹੀਂ ਕਹਿੰਦਾ, ਮੇਰਾ ਸਤਿਗੁਰੂ ਕਹਿੰਦਾ ਹੈ ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗੁਣ ਚੱਲੀਏ। ਉਹਨੇ ਕਿਸੇ ਹੋਰ ਨਾਲ ਵਿਆਹ ਕਰਾਇਆ, ਇਹਨੂੰ ਛੱਡ ਦਿਓ। ਉਹ ਫੈਸ਼ਨ ਕਰਦੀ ਸੀ, ਇਹਨੂੰ ਛੱਡ ਦਿਓ।
ਪਰ ਉਹ ਜਾ ਕੇ ਗਰੀਬਾਂ ਦੇ ਦੇਸ਼ ਵਿੱਚ ਚੈਰਿਟੀ ਕਰਦੀ ਸੀ। ਇਹਨੂੰ ਧਾਰਨ ਕਰ ਲਓ, ਇੰਨੀ ਗੱਲ ਹੈ। ਮਾਲਵੇ ਤੋਂ ਇੱਕ ਗੱਡਾ ਲੈ ਕੇ ਰਸਦ ਦਾ ਇੱਕ ਜ਼ਿਮੀਂਦਾਰ ਕੀਰਤਪੁਰ ਸਾਹਿਬ ਆ ਗਿਆ ਤੇ ਗੁਰੂ ਸਤਵੇਂ ਪਾਤਸ਼ਾਹ ਨੇ ਪੁੱਛਿਆ ਵੀ ਤੇਰੇ ਪਿੰਡ ਵਿੱਚ ਲੰਗਰ ਚੱਲਦਾ ਹੈ? ਕਹਿੰਦਾ ਜੀ ਨਹੀਂ। ਸਤਿਗੁਰੂ ਕਹਿੰਦੇ ਜੇ ਤੇਰੇ ਪਿੰਡ ਕੋਈ ਭੁੱਖਾ ਆਵੇ, ਉਹ ਕਵੇ ਮੈਨੂੰ ਭੁੱਖ ਲੱਗੀ ਹੈ, ਤੇ ਤੂੰ ਕੀ ਕਵੇਂਗਾ ਵੀ ਕੀਰਤਪੁਰ ਸਾਹਿਬ ਜਾ, ਉੱਥੇ ਲੰਗਰ ਚੱਲਦਾ ਹੈ। ਸਾਡੀ ਹਾਲਤ ਇਹ ਹੈ, ਕੋਈ ਰਾਹ 'ਚ ਰੋਟੀ ਮੰਗੇ ਤਾਂ ਅਸੀਂ ਕਹਿੰਦੇ ਬੰਗਲਾ ਸਾਹਿਬ ਚਲੇ ਜਾ। ਚਾਹੀਦਾ ਉਹਨੂੰ ਕਹਿਣਾ ਵੀ ਤੂੰ ਭਾਈ ਇੱਥੇ ਹੀ ਬਹਿ, ਮੈਂ ਲੈ ਕੇ ਆਉਣਾ, ਜਾਂ ਬੈਠ ਮੇਰੇ ਨਾਲ, ਲੰਗਰ ਮੇਰੇ ਘਰ ਵੀ ਹੈ। ਇਹ ਜਿਹੜਾ ਘਰ ਦੇ ਵਿੱਚ ਲੰਗਰ ਦੀ ਆਵਾਜ਼ ਆਈ ਹੈ ਨਾ, ਇਹ ਗੁਰੂ ਸਤਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ ਹੈ। ਇਹ ਦਵਾਖਾਨੇ ਗੁਰੂ ਸਤਵੇਂ ਪਾਤਸ਼ਾਹ ਨੇ ਸ਼ੁਰੂ ਕੀਤੇ ਨੇ। ਅੱਜ ਕਿੱਡੀ ਵਡਿਆਈ ਹੋਈ ਤੁਹਾਡੀ ਜਦੋਂ ਫ੍ਰੀ ਡਾਇਲਸਿਸ ਸ਼ੁਰੂ ਕੀਤਾ, ਤੁਸੀਂ MRI ਸ਼ੁਰੂ ਕੀਤੀ, CT ਸਕੈਨ ਸ਼ੁਰੂ ਕੀਤਾ। ਪਤਾ ਤੁਹਾਡੀ ਆਨਲਾਈਨ ਡੋਨੇਸ਼ਨ ਕਿੰਨੀ ਵਧੀ ਹੈ? ਮੈਂ ਕੱਲ ਸੁਣ ਰਿਹਾ ਸੀ 6 ਲੱਖ ਰੁਪਈਆ ਰੋਜ਼ ਆਉਂਦਾ ਹੈ ਆਨਲਾਈਨ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ। ਪਰ ਸਾਡੀ ਹਾਲਤ ਕੀ ਹੈ? ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਆਪੇ ਆਟਾ ਗੁੰਨ ਲਿਆ, ਆਪੇ ਦਾਲ ਨੂੰ ਤੜਕਾ ਲਾ ਲਿਆ, ਆਪੇ ਜਕਾਰੇ ਛੱਡ ਕੇ ਖਾ ਲਿਆ, ਆਪੇ ਮੁੜ ਕੇ ਗਾ ਲਿਆ। ਰਾਜ ਕਰੇਗਾ ਖਾਲਸਾ। ਰਾਜ ਇਦਾਂ ਨਹੀਂ ਕਰੇਗਾ। ਰਾਜ ਲੋਕਾਂ ਦੇ ਤੁਸੀਂ ਦਿਲਾਂ ਤੇ ਕਰਨਾ ਹੈ, ਸਿਰਾਂ ਤੇ ਨਹੀਂ ਕਰਨਾ। ਜੇ ਸਿਰਾਂ ਤੇ ਕਰਨਾ ਹੈ ਤੇ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਜਾਂ ਵੋਟਾਂ ਚਾਹੀਦੀਆਂ ਨੇ ਤੇ ਜਾਂ ਫਿਰ ਤਲਵਾਰ ਚਾਹੀਦੀ ਹੈ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਜਾਂ ਤੇ ਸ਼ਸਤਰ ਚੁੱਕੋ, ਫਿਰ ਲੜੋ ਜੰਗ ਯੁੱਧ, ਆਪੇ ਖਾਲਸਾ ਰਾਜ ਸਥਾਪਿਤ ਹੋ ਜਾਏਗਾ। ਤੇ ਜਾਂ ਫਿਰ ਬੱਚੇ ਪੈਦਾ ਕਰੋ, ਆਪੇ ਮੁਸਲਮਾਨਾਂ ਵਾਂਗੂ ਜਦੋਂ 2/3 ਮੈਜੋਰਟੀ ਹੋ ਗਈ ਤਾਂ ਆਪੇ ਤੁਹਾਡਾ ਰਾਜ ਹੋ ਜਾਏਗਾ। ਬੱਚੇ ਤੁਸੀਂ ਪੈਦਾ ਨਹੀਂ ਕਰਨੇ। ਦੋ ਹਮ ਦੋ ਹਮਾਰਾ ਇੱਕ। ਸ਼ਸਤਰ ਤੁਸੀਂ ਰੱਖਣੇ ਕੋਈ ਨਹੀਂ, ਕਿਉਂਕਿ ਕਿਰਪਾਨ ਨਾਲ ਵੀ ਤੁਹਾਨੂੰ ਅਲਰਜੀ ਹੈ, ਕੜੇ ਨਾਲ ਤੁਹਾਡੇ ਵਾਲ ਖਰਾਬ ਹੋ ਜਾਂਦੇ ਨੇ, ਸਿਰ ਤੇ ਪੱਗ ਬੰਨ੍ਹਣ ਨਾਲ ਕਹਿੰਦੇ ਸਿਰ 'ਚ ਫੋੜੇ ਹੋ ਜਾਂਦੇ ਨੇ। ਤੁਹਾਡਾ ਬਣੇਗਾ ਕੀ? ਇੱਕ ਚੀਜ਼ ਰਹਿ ਗਈ, ਉਹ ਦਿਲਾਂ ਤੇ ਰਾਜ ਕਰਨ ਵਾਲੀ, ਉਹ ਸੇਵਾ ਤੋਂ ਬਿਨਾਂ ਨਹੀਂ ਜੀ ਹੋਣੀ। ਤੇ ਜੇ ਸੇਵਾ ਕਰਨੀ ਹੈ ਤੇ ਇਹਦੇ ਲਈ ਤੁਹਾਨੂੰ ਆਪਣਾ ਦਸਵੰਧ ਕੱਢਣਾ ਪਏਗਾ। ਆਪਣੇ ਸਮੇਂ ਚੋਂ ਵੀ ਕੱਢੋ, ਆਪਣੀ ਮਾਇਆ ਚੋਂ ਵੀ ਕੱਢੋ, ਆਪਣੇ ਦਿਮਾਗ ਚੋਂ ਵੀ ਕੱਢੋ। ਜੇ ਪੜ੍ਹੇ ਲਿਖੇ ਹੋ ਤੇ ਦੂਜਿਆਂ ਨੂੰ ਪੜ੍ਹਾਓ। ਜੇ ਰੱਬ ਨੇ ਮਾਇਆ ਦਿੱਤੀ ਤੇ ਦੂਜਿਆਂ 'ਚ ਵੰਡੋ। ਜੇ ਰੱਬ ਨੇ ਤੁਹਾਨੂੰ ਕੋਈ ਸਫਾ ਦਿੱਤੀ ਹੈ, ਡਾਕਟਰ ਹੋ, ਤੇ ਫੈਸਲਾ ਕਰ ਲਓ ਵੀ ਮੈਂ ਦਸਵੰਧ ਆਪਣਾ ਜਿਹੜਾ ਹੈ ਇੰਨਾ ਸਮਾਂ ਜਾ ਕੇ ਮੈਂ ਬੰਗਲਾ ਸਾਹਿਬ ਫ੍ਰੀ ਬਹਿ ਕੇ ਦਵਾਈਆਂ ਦੇਣੀਆਂ ਨੇ। ਫਿਰ ਆਪਣੇ ਕਾਰਡ ਨਾ ਵੰਡਿਓ। ਦੁੱਖ ਇਸ ਗੱਲ ਦਾ ਇੱਥੇ ਆ ਕੇ ਆਪਣੇ ਕਾਰਡ ਵੰਡੇ ਜਾਂਦੇ ਨੇ। ਅਗਲਾ ਕਹਿੰਦਾ ਜੀ ਡਾਕਟਰ ਸਾਹਿਬ ਮੁੜ ਕੇ ਕਦੋਂ ਆਓਗੇ? ਨਹੀਂ ਜੀ, ਮੁੜ ਕੇ ਤੇ ਤੁਸੀਂ ਮੇਰੇ ਕਲੀਨਿਕ ਤੇ ਹੀ ਆ ਜਿਓ। ਹੈ ਜਿਵੇਂ ਮੱਛੀਆਂ ਫੜਦੇ ਕੁੰਡੀਆਂ ਪਾਉਂਦੇ ਫਿਰਦੇ ਅਸੀਂ। ਡੈਨਾ ਜਾ ਕੇ ਉੱਥੇ ਮੱਛੀਆਂ ਨਹੀਂ ਸੀ ਫੜਦੀ, ਕੁੰਡੀਆਂ ਨਹੀਂ ਸੀ ਪਾਉਂਦੀ। ਅੱਜ ਮਰਨ ਤੋਂ ਬਾਅਦ ਵੀ ਉਹਦੀ ਕਿਤਾਬ ਸਭ ਤੋਂ ਦੁਨੀਆ ਵਿੱਚ ਵੱਧ ਵਿਕੀ ਹੈ। ਮੈਂ ਕਹਿੰਦਾ ਕਿ ਜੇ ਕਿਤੇ ਉਹਨੇ ਕੇਸ ਰੱਖੇ ਹੁੰਦੇ, ਜੇ ਕਿਤੇ ਉਹ ਬਾਣੀ ਪੜ੍ਹਦੀ ਹੁੰਦੀ, ਜੇ ਕਿਤੇ ਸਿੱਖ ਧਰਮ ਦੇ ਅਸੂਲਾਂ ਤੇ ਹੁੰਦੀ, ਮੈਂ ਵਿਸ਼ਵਾਸ ਨਾਲ ਕਹਿ ਦਿੰਦਾ ਕਿ ਇਸ ਕਲਯੁੱਗ ਦਾ ਸਭ ਤੋਂ ਵੱਡਾ ਅਵਤਾਰ ਉਹਨੇ ਹੋਣਾ ਸੀ। ਠੀਕ ਉਹਦੇ ਔਗਣ ਨੇ, ਛੱਡ ਦਿਓ, ਜਿਹੜੇ ਗੁਣ ਨੇ ਲੈ ਲਓ, ਪਰ ਸਾਨੂੰ ਕੌਣ ਦੇ ਸਕਦਾ ਹੈ? ਸਾਨੂੰ ਦੇਣ ਵਾਲਾ ਕੋਈ ਗੁਣ ਜੰਮਿਆ ਹੀ ਨਹੀਂ। ਜਿਹੜਾ ਗੱਲ ਕਰੇ, ਲੈ ਇਹਨੂੰ ਗਿਆਨੀ ਨੂੰ ਅਸੀਂ ਜਾਣਦੇ ਨਹੀਂ। ਜੇ ਪਿਓ ਗੱਲ ਕਰੇ, ਅਸੀਂ ਪਿਓ ਨੂੰ ਜਾਣਦੇ ਨਹੀਂ। ਅਸੀਂ ਤਾਂ ਅਗਲੇ ਦੇ ਔਗਣ ਫਰੋਲਦੇ ਹਾਂ। ਹਰ ਬੰਦੇ ਦਾ ਸ਼ਿਸ਼ਰਾ ਚੁੱਕੀ ਫਿਰਦੇ ਹਾਂ। ਉਹ ਜਿਵੇਂ ਪਟਵਾਰੀਆਂ ਕੋਲ ਇੱਕ ਚਾਦਰ ਹੁੰਦੀ ਹੈ, ਉਹਨੂੰ ਸਭ ਪਤਾ ਹੁੰਦਾ ਕਿਹਦੀ ਕਿੰਨੇ ਜ਼ਮੀਨ ਹੈ, ਕਿੰਨੇ ਮਰਲੇ, ਕਿੰਨੀਆਂ ਕਨਾਲਾਂ, ਕਿੰਨੇ ਏਕੜ,
ਅਸੀਂ ਤਾਂ ਸਭ ਦੇ ਔਗਣ ਇਕੱਠੇ ਕਰੀ ਫਿਰਦੇ ਆ। ਸਾਨੂੰ ਕੌਣ ਉਪਦੇਸ਼ ਦੇਗਾ? ਜੇ ਲੈਣਾ ਹੈ ਤੇ ਸੁਣੋ, ਸਤਿਗੁਰ ਪ੍ਰਸਾਦ। ਉਹ ਰੱਬ ਜਿਹੜਾ ਇੱਕ ਹੈ, ਉਹ ਰੱਬ ਜਿਹੜਾ ਇੱਕ ਥਾਂ ਤੇ ਨਹੀਂ ਸਾਰੀਆਂ ਥਾਵਾਂ ਤੇ ਹੈ, ਉਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਜੇ ਮਿਲਣਾ। ਭੱਜੇ ਫਿਰੋ ਜਿੱਥੇ ਮਰਜੀ ਭੱਜੇ ਫਿਰੋ, ਗੁਰੂ ਦੀ ਕਿਰਪਾ ਕੀ ਹੈ? ਗੁਰੂ ਦੀ ਕਿਰਪਾ, ਕੋਠੀ ਬੜੀ ਵੱਡੀ ਹੈ, ਇਹ ਕਿਰਪਾ ਨਹੀਂ ਹੈ। ਜਿੰਨੀ ਵੱਡੀ ਕੋਠੀ ਉਹਨੇ ਬਾਹਰ ਨੌਕਰ ਖੜੇ ਕਰਨੇ ਪਏ ਤੈਨੂੰ, ਵੀ ਕੋਈ ਵੱਡੀ ਕੋਠੀ ਵੇਖ ਕੇ ਕੋਈ ਅੰਦਰ ਹੀ ਨਾ ਵਾੜਾਵੇ। ਕਦੇ ਝੁੱਗੀ ਦੇ ਬਾਹਰ ਬੰਦਾ ਵੇਖਿਆ ਤੁਸੀਂ? ਝੁੱਗੀ ਵਾਲਾ ਤੇ ਆਪ ਝੁੱਗੀ ਤੋਂ ਬਾਹਰ ਸੁੱਤਾ ਹੁੰਦਾ ਹੈ, ਕਿਉਂਕਿ ਜੇ ਅੰਦਰ ਸੋਏਗਾ ਤਾਂ ਲੱਤਾਂ ਬਾਹਰ ਨਿਕਲ ਜਾਣੀਆਂ ਨੇ। ਇਹ ਗੁਰੂ ਦੀ ਕਿਰਪਾ ਨਹੀਂ ਹੈ, ਇਹ ਤੇ ਰੱਬ ਦੇ ਖਿਡੌਣੇ ਨੇ, ਇਹ ਤਾਂ ਉਹਦੀ ਮਾਇਆ ਦਾ ਪਸਾਰਾ ਹੈ। ਕਿਸੇ ਕੋਲ ਬਹੁਤਾ ਹੈ, ਕਿਸੇ ਕੋਲ ਥੋੜਾ ਹੈ। ਜਿੱਦਣ ਗੁਰੂ ਦੀ ਕਿਰਪਾ ਹੋਏਗੀ, ਤੁਹਾਡੇ ਕੋਲੇ ਅੰਮ੍ਰਿਤ ਵੇਲਾ ਹੋਏਗਾ, ਤੁਹਾਡੇ ਕੋਲ ਅੰਮ੍ਰਿਤ ਹੋਏਗਾ, ਤੁਹਾਡੇ ਕੋਲੇ ਧਰਮ ਹੋਏਗਾ, ਤੁਹਾਡੇ ਕੋਲ ਸੰਗਤ ਹੋਏਗੀ, ਤੁਹਾਡੇ ਕੋਲ ਸੇਵਾ ਹੋਏਗੀ। ਤੁਸੀਂ ਕਹਿ ਸਕੋਗੇ ਗੁਰੂ ਦੀ ਮੇਰੇ ਤੇ ਬੜੀ ਕਿਰਪਾ ਹੈ। ਜਿੱਦਣ ਮੈਨੂੰ ਛੁੱਟੀ ਹੁੰਦੀ ਹੈ, ਮੈਂ ਬਾਲਾ ਸਾਹਿਬ ਜਾਣਾ, ਉੱਥੇ ਲੋਕਾਂ ਦਾ ਡੈਲਸਜ ਹੁੰਦਾ ਹੈ, ਮੈਂ ਉੱਥੇ ਬਾਹਰ ਗੱਡੀਆਂ ਪਾਰਕ ਕਰਵਾਉਣਾ। ਪਰ ਇਹ ਕੋਈ ਸੇਵਾ ਹੈ? ਇੱਥੇ ਸੇਵਾ ਦਾ ਵੀ ਸਟੇਟਸ ਹੈ? ਨਹੀਂ। ਤੁਸੀਂ ਸੜਕ ਤੇ ਵੀ ਕਿਤੇ ਖਲੋ ਕੇ ਰਾਹ ਦੱਸਣ ਲੱਗ ਜਾਓਗੇ ਨਾ ਕਿ ਬੰਗਲਾ ਸਾਹਿਬ ਇੱਧਰ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਮਿਲਣਾ ਹੋਣਗੇ ਤੁਹਾਨੂੰ। ਸੇਵਾ ਤੁਸੀਂ ਗੁਰੂ ਨੂੰ ਮੁੱਖ ਰੱਖ ਕੇ ਕਰਨੀ ਹੈ ਤੇ ਗੁਰੂ ਤੁਹਾਡੇ ਨਾਲ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਨਵਾਂ ਸਾਲ ਹੈ, ਨਵਾਂ ਮਹੀਨਾ ਹੈ, ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਅਸੀਂ ਆਪਣੀ ਕਿਰਤ ਕਰਕੇ, ਆਪਣੇ ਕਰਮਾਂ ਕਰਕੇ ਤੁਹਾਡੇ ਤੋਂ ਵਿਛੜ ਗਏ ਆ, ਕਿਰਪਾ ਕਰੋ ਸਾਨੂੰ ਆਪਣੇ ਨਾਲ ਮਿਲਾ ਲਓ। ਚਾਰ ਕੁੰਟ ਦੇ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਚਾਰਾਂ ਕੁੰਟਾਂ 10 ਦਿਸ਼ਾਵਾਂ ਵਿੱਚ ਅਸੀਂ ਭਟਕ ਲਿਆ, 84 ਲੱਖ ਜੂਨਾਂ ਅਸੀਂ ਭੋਗ ਲਈਆਂ ਨੇ, ਥੱਕ ਗਏ ਆ। ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਤੋਂ ਅਰਥ ਹੈ ਸ਼ਰਨ। ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਸਮਝ ਆ ਗਈ ਹੈ, ਜੇ ਗਊ ਦੇ ਕੋਲ ਦੁੱਧ ਨਹੀਂ ਹੈਗਾ, ਇਹ ਕਿਸੇ ਕੰਮ ਨਹੀਂ ਜੇ। ਮੈਨੂੰ ਖਿਮਾ ਕਰਨਾ, ਸਾਡੇ ਮੁਲਕ 'ਚ ਗਊ ਦੀ ਬੜੀ ਪੂਜਾ ਹੈ, ਪਰ ਜੇ ਦੁੱਧ ਹੋਵੇ ਤਾਂ ਉਹਨੂੰ ਪੂਜਾ ਦੀ ਲੋੜ ਨਹੀਂ ਜੇ। ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਅਗਰ ਗਾਂ 20 ਕਿਲੋ ਦੁੱਧ ਦਿੰਦੀ ਹੋਵੇ, ਉਹਨੂੰ ਪੂਜਾ ਦੀ ਲੋੜ ਨਹੀਂ, ਉਹਦੇ ਤੇ ਪੱਖੇ ਉੱਦਾਂ ਹੀ ਚੱਲੀ ਜਾਂਦੇ ਨੇ, ਉਹ ਫੁਹਾਰੇ ਥੱਲੇ ਨਹਾਉਂਦੀ ਹੈ। ਮਾਲਕਣ ਤੋਂ ਲੈ ਕੇ ਮਾਲਕ ਤੱਕ ਉਹਦੀ ਪਰਿਕਰਮਾ ਹੀ ਕਰੀ ਜਾਂਦੇ, ਹੱਥਾਂ ਨਾਲ ਗੋਹਾ ਚੁੱਕਦੇ ਫਿਰਦੇ ਨੇ। ਤੇ ਜੇ ਕਿਤੇ ਦੁੱਧ ਨਾ ਦੇਵੇ, ਰਹੇਗੀ ਵਿਚਾਰੀ ਗਊਸ਼ਾਲਾ ਜੋਗੀ। ਫਿਰ ਕੋਈ ਦਾਨੀ ਆਏਗਾ, ਪੱਠੇ ਪਾਏਗਾ, ਗਊ ਮਾਤਾ ਨੂੰ ਮਨਾਏਗਾ। ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰੋਗੇ? ਜੇ ਦੁੱਧ ਹੁੰਦਾ ਤਾਂ ਉਹਨੂੰ ਗਊਸ਼ਾਲਾ 'ਚ ਨਹੀਂ ਸੀ ਕਿਸੇ ਨੇ ਘੱਲਣਾ, ਉਹਨੇ ਤੁਹਾਡੇ ਦਾਨੀਆਂ ਦੇ ਪੱਠੇ ਨਹੀਂ ਸੀ ਉਡੀਕਣੇ। ਤਰਸਯੋਗ ਹੋ ਗਈ ਵਿਚਾਰੀ ਜਿੱਦਣ ਉਹਦਾ ਦੁੱਧ ਚਲਾ ਗਿਆ। ਆਖਿਆ ਸਤਿਗੁਰੂ ਮੈਨੂੰ ਸਮਝ ਆ ਗਈ ਹੈ, ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕੰਮ। ਹੁਣ ਇਹ ਕਿਸੇ ਕੰਮ ਜੋਗੀ ਨਹੀਂ, ਇਹ ਰਹੀ ਗਊਸ਼ਾਲਾ ਜੋਗੀ। ਉੱਥੇ ਦਾਨੀ ਆਇਆ ਕਰਨਗੇ, ਪੱਠੇ ਪਾਇਆ ਕਰਨਗੇ। ਤੇ ਜੇ ਕਿਤੇ ਦੁੱਧ ਦਿੰਦੀ ਹੁੰਦੀ, ਵੱਖਰਾ ਸ਼ੈੱਡ ਬਣਨਾ ਸੀ ਕੋਠੀ ਦੇ ਨਾਲ, ਉੱਤੇ ਪੱਖੇ ਚੱਲਣੇ ਸੀ, ਨੌਕਰਾਂ ਨੇ ਨਵਾਇਆ ਕਰਨਾ ਸੀ। ਗਊਸ਼ਾਲਾ ਦੀ ਗਾਂ ਨੂੰ ਨਵਾਉਂਦਾ ਹੈ ਕੋਈ? ਮੈਨੂੰ ਖਿਮਾ ਕਰ ਦੇਣਾ। ਸਿਰਫ ਦੁੱਧ ਨਾ ਹੋਣ ਕਰਕੇ ਤਰਸਯੋਗ ਹੋ ਗਈ। ਤੇ ਜੇ ਕਿਤੇ ਦੁੱਧ ਹੁੰਦਾ ਤੇ ਘਰੇ ਹੀ ਪੂਜਣ ਯੋਗ ਸੀ, ਸਾਰੇ ਟੱਬਰ ਦੇ ਅੱਗੇ ਪਿੱਛੇ ਤੁਰੇ ਫਿਰਨਾ ਸੀ ਉਹਦੇ। ਜਲ ਬਿਨ ਸ਼ਾਖ ਕੋ ਮਿਲਾਵਤੀ ਉਪਜੈ ਨਾਹੀ ਦਾਮ। ਪਾਣੀ ਤੋਂ ਬਿਨਾ ਖੇਤੀ, ਉਹਦੇ ਵਿੱਚੋਂ ਅਨਾਜ ਪੈਦਾ ਨਹੀਂ ਹੋ ਸਕਦਾ। ਹਰ ਨਾਹਾ ਨਾ ਮਿਲੀਏ ਸਾਜਣੇ, ਕੱਤ ਪਾਈਏ ਬਿਸ਼ਰਾ।
ਜਿੰਨਾ ਚਿਰ ਰੱਬ ਨਹੀਂ ਮਿਲੇਗਾ ਆਵਾਗਮਨ ਨਹੀਂ ਮਿਟੇਗਾ। ਜਿਤ ਘਰ ਹਰ ਕੰਤ ਨਾ ਪ੍ਰਗਟਈ ਪਠ ਨਗਰ ਸੇ ਗ੍ਰਾਮ। ਜਿਸ ਘਰ ਵਿੱਚ ਪਰਮਾਤਮਾ ਪੈਦਾ ਨਹੀਂ ਹੋਏਗਾ, ਪ੍ਰਗਟ ਨਹੀਂ ਹੋਏਗਾ, ਪਰਮਾਤਮਾ ਨਹੀਂ ਆਵੇਗਾ, ਉਹ ਘਰ ਘਰ ਨਹੀਂ, ਉਹ ਭੱਠੀ ਦੇ ਤੁੱਲ ਹੈ। ਉੱਥੇ ਤਾਂ ਅੱਗ ਬਲਦੀ, ਸੇਕ ਹੀ ਸੇਕ ਹੈ। ਘਰ ਦੇ ਜੀ ਤਪੇ ਫਿਰਦੇ ਨੇ ਇੱਕ ਦੂਜੇ ਤੇ। ਇੱਦਾਂ ਹੀ ਆ ਨਾ, ਆਪਾਂ ਝਿੰਗਾਂ ਲੈ ਲੈ ਪੈਨੇ ਇੱਕ ਦੂਜੇ ਨੂੰ। ਆਏ ਮਿਲ ਗੁਰਸਿੱਖ ਆਏ ਮਿਲ ਕੌਣ ਪੜ੍ਹਦਾ ਹੈ? ਇਹ ਗੁਰਦੁਆਰੇ 'ਚ ਹੀ ਪੜ੍ਹਿਆ ਜਾਂਦਾ ਹੈ। ਤੇ ਘਰ ਵਿੱਚ ਉਹ ਤੂੰ ਕਿੱਧਰੋਂ ਆਇਆ? ਜੇ ਤੁਰਿਆ ਉਹ ਕਿੱਧਰ ਮੂੰਹ ਚੁੱਕ ਕੇ ਤੁਰਿਆ ਚੱਲਿਆ? ਉਹ ਭਰਾ ਹੈ, ਤੇਰੀ ਮਾਂ ਦਾ ਜਾਇਆ ਹੈ, ਤੇਰੇ ਪਿਓ ਦਾ ਜਾਇਆ ਹੈ। ਤੂੰ ਪੁੱਛ, ਵੀਰ ਚੱਲਿਆ ਮੈਨੂੰ ਜੱਫੀ ਪਾ ਕੇ ਚਲੇ ਜਾ ਨਾ, ਕਿੱਧਰ ਮੂੰਹ ਚੁੱਕ ਕੇ ਚੱਲਿਆ? ਆਇਆ ਵੀਰ ਮੈਨੂੰ ਮਿਲ ਤੇ ਲਾ, ਪਹਿਲਾਂ ਤੈਨੂੰ ਕੱਪੜੇ ਲਾਉਣ ਦੀ ਪੈ ਗਈ ਹੈ ਨਾ। ਉਹਨੂੰ ਕਹਿੰਦਾ ਕਿੱਧਰੋਂ ਮੂੰਹ ਚੁੱਕ ਕੇ ਆਇਆ, ਕਿੱਧਰੋਂ ਵਾਰਾਗਰਦੀ ਕਰਕੇ ਆਇਆ? ਇਹ ਪਠ ਨਗਰ ਸੇ ਗ੍ਰਾਮ। ਜਿਸ ਘਰ ਵਿੱਚ ਰੱਬ ਹੈ ਉੱਥੇ ਤੁਸੀਂ ਫਤਿਹ ਬੁਲਾਓਗੇ, ਉੱਥੇ ਗਲਵਕੜੀ ਪਾ ਕੇ ਮਿਲੋਗੇ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਸਾਰੇ ਸ਼ਿੰਗਾਰ, ਇਹ ਤੰਬੋਲ, ਇਹ ਰਸ, ਇਹ ਸਭ ਵਿਅਰਥ ਨੇ, ਦੁਖਦਾਈ ਨੇ। ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ। ਪਰਮਾਤਮਾ ਨੂੰ ਵਿੱਚੋਂ ਕੱਢ ਦਿਓ ਤੇ ਆ ਸੱਜਣ ਮਿੱਤਰ ਜਮਾ ਵਰਗੇ ਨੇ, ਚੰਬੜੇ ਹੋਏ ਨੇ ਤੁਹਾਨੂੰ। ਇਹ ਤੁਹਾਡਾ ਖੂਨ ਨੋਚਦੇ ਨੇ, ਤੁਹਾਡਾ ਮਾਸ ਨੋਚਦੇ ਨੇ, ਤੁਹਾਡਾ ਖੂਨ ਪੀਂਦੇ ਨੇ। ਇੱਕ ਪਰਮਾਤਮਾ ਨੂੰ ਛੱਡ ਕੇ ਗੁਰਦੁਆਰਾ ਹੈ, ਤੁਸੀਂ ਰੋਟੀ ਖਾਓ, ਇੱਕ ਆਦਮੀ ਖਲੋਤਾ ਤੁਹਾਡੀ ਥਾਲੀ ਲੈਣੀ ਚਾਹੁੰਦਾ ਹੈ, ਤੇ ਘਰ ਰੋਟੀ ਖਾ ਕੇ ਥਾਲੀ ਰੱਖ ਦਿਓ, ਪਹਿਲਾਂ ਤੇ ਬੇਬੇ ਪੈ ਜਾਏਗੀ, ਵੇ ਕਾਕਾ ਚੁੱਕੇਗਾ ਤੇਰਾ ਪਿਓ ਆ ਕੇ ਥਾਲੀ। ਕਦੇ ਗੁਰਦੁਆਰੇ ਤੁਹਾਨੂੰ ਕਿਸੇ ਨੇ ਕਿਹਾ ਵੀ ਥਾਲੀ ਤੇਰਾ ਪਿਓ ਚੁੱਕੇਗਾ? ਤੁਸੀਂ ਥਾਲੀ ਛੱਡੋ ਸਹੀ, ਅਗਲਾ ਖੁਸ਼ ਹੋ ਜਾਂਦਾ ਵੀ ਮੈਨੂੰ ਥਾਲੀ ਧੋਣ ਵਾਸਤੇ ਮਿਲ ਗਈ ਹੈ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਰੱਬ ਨੂੰ ਵਿੱਚੋਂ ਕੱਢ ਦਿਓ ਤਾਂ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ। ਮੈਨੂੰ ਸਮਝ ਆ ਗਈ, ਪਰਮਾਤਮਾ ਮੇਰੀ ਅਰਦਾਸ ਹੈ, ਮੈਨੂੰ ਆਪਣਾ ਨਾਮ ਦੇ, ਭਗਤੀ ਦੇ, ਸਿਫਤ ਸਲਾਹ ਦੇ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਮੈਨੂੰ ਉਸ ਰੱਬ ਨਾਲ ਮਿਲਾ ਦਿਓ ਜਿਹਦਾ ਘਰ ਨੇਚਲ ਹੈ। ਉਹ ਡੋਲਦਾ ਹੀ ਨਹੀਂ, ਉਹ ਆਉਂਦਾ ਜਾਂਦਾ ਹੀ ਨਹੀਂ, ਉਹ ਹਿੱਲਦਾ ਹੀ ਨਹੀਂ, ਉਹ ਸਦੀਵ ਹੈ, ਉਹ ਅਟਲ ਹੈ, ਉਹ ਜੁਗੋ ਜੁਗ ਹੈ। ਮੈਨੂੰ ਵੀ ਉਹ ਘਰ ਵਿਖਾ ਦਿਓ। ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਘਣਾ। ਇਹ ਚੇਤਰ ਦਾ ਮਹੀਨਾ ਆਇਆ ਹੈ, ਗੋਬਿੰਦ ਦੀ ਆਰਾਧਨਾ ਕਰਿਓ, ਬੜਾ ਆਨੰਦ ਆਏਗਾ। ਬੜੀ ਠੰਡੀ ਮਿੱਠੀ ਰੁੱਤ ਹੈ, ਬਸੰਤ ਦੀ ਰੁੱਤ ਹੈ, ਬੜਾ ਮਨ ਲੱਗੇਗਾ ਭਗਤੀ ਦੇ ਵਿੱਚ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਕੋਈ ਰੱਬ ਦਾ ਪਿਆਰਾ ਲੱਭ ਲਿਓ, ਤੁਹਾਡੀ ਮਦਦ ਕਰ ਦੇਗਾ, ਤੁਹਾਡੀ ਸਹਾਇਤਾ ਕਰੇਗਾ, ਕੋਈ ਤੁਹਾਡਾ ਸਹਿਯੋਗ ਕਰ ਦੇਵੇਗਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਜਿਨ੍ਹਾਂ ਨੇ ਆਪਣੇ ਮਾਲਕ ਪਰਮਾਤਮਾ ਨੂੰ ਪਾ ਲਿਆ, ਉਹਦਾ ਸੰਸਾਰ ਵਿੱਚ ਆਉਣਾ ਮੁਬਾਰਕ ਹੈ, ਸਫਲ ਹੈ। ਇੱਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਇੱਕ ਛਿਣ ਮਾਤਰ ਵੀ ਰੱਬ ਤੋਂ ਬਗੈਰ ਜਿਹੜਾ ਜੀਵਨ ਤੁਹਾਡਾ ਬਤੀਤ ਹੋਇਆ ਹੈ ਉਹ ਵਿਅਰਥ ਹੈ। ਕਦੇ ਵੇਖ ਲਿਓ, ਜਦੋਂ ਰੱਬ ਤੋਂ ਟੁੱਟ ਕੇ ਆਪਾਂ ਘੜੀ ਕੱਢੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਉਹ ਕਲਯੁਗ ਵਰਗੀ ਹੈ। ਪਤਾ ਨਹੀਂ ਉਹਦੇ ਵਿੱਚ ਕਿੰਨੇ ਕੁ, ਜੇ ਸਾਡੇ ਨਾਲ ਮਾੜਾ ਵਾਪਰਿਆ ਨਹੀਂ ਤੇ ਮਾੜੇ ਖਿਆਲ ਜ਼ਰੂਰ ਆ ਗਏ। ਮੇਰੀ ਬੇਨਤੀ ਨੂੰ ਧਿਆਨ ਦੇਣਾ। ਹੁਣ ਤੁਸੀਂ ਕਹੋ ਜੀ ਮੈਂ ਤੇ ਰੱਬ ਨੂੰ ਭੁਲਾਤਾ, ਅੱਧਾ ਘੰਟਾ ਟੀਵੀ ਅੱਗੇ ਬਹਿ ਗਿਆ ਤੇ ਮੇਰੀ ਤੇ ਲੱਤ ਟੁੱਟੀ ਨਹੀਂ। ਲੱਤ ਤੇ ਨਹੀਂ ਟੁੱਟੀ, ਪਰ ਦਿਮਾਗ ਦੇ ਵਿੱਚ ਜੋ ਕੁਝ ਤੇਰੇ ਚੱਲਿਆ ਉਹ ਕੀ ਹੈ? ਉਹ ਵੀ ਤੇਰੇ ਲਈ ਦੁਖਦਾਈ ਹੈ। ਇੱਕ ਖਿਣ ਤਿਸ ਬਿਨ ਜੀਵਣਾ। ਇੱਕ ਛਿੜ ਮਾਤਰ ਅੱਖ ਚਮਕਣ ਦੇ ਸਮੇਂ ਮਾਤਰ ਵੀ ਜਿਹੜਾ ਸਮਾਂ ਹੈ ਉਹ ਵਿਅਰਥ ਹੈ। ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ। ਪਾਣੀ ਵਿੱਚ
ਆਕਾਸ਼ ਵਿੱਚ, ਧਰਤੀ ਤੇ, ਸਭ ਥਾਵਾਂ ਤੇ ਉਹ ਪਰਮਾਤਮਾ ਵਸਿਆ ਹੋਇਆ ਹੈ। ਜੰਗਲਾਂ ਮੇਲਿਆਂ ਵਿੱਚ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁੱਖ ਗਣਾ। ਜੇ ਉਹ ਰੱਬ ਭੁੱਲ ਜਾਏ ਤੇ ਬੰਦਿਆ ਤੈਨੂੰ ਪਤਾ ਤੇਰੇ ਤੋਂ ਦੁੱਖ ਗਿਣੇ ਹੀ ਨਹੀਂ ਜਾ ਸਕਦੇ। ਤੇਰੇ ਦੁੱਖਾਂ ਦਾ ਹਿਸਾਬ ਕਿਤਾਬ ਨਹੀਂ ਲੱਗ ਸਕਦਾ ਕਿ ਤੂੰ ਕਿੰਨਾ ਕੁ ਦੁਖੀ ਹੈ। ਬੋਲੀ ਜਾ ਲੋਕਾਂ ਨੂੰ ਝੂਠ, ਬੜੀ ਕਿਰਪਾ ਹੈ, ਪਰ ਸੱਚ ਇਹ ਵੀ ਰੱਬ ਤੋਂ ਟੁੱਟੇ ਬੰਦੇ ਤੇ ਕਿਰਪਾ ਨਹੀਂ ਹੋ ਸਕਦੀ। ਉਹ ਸੁਖੀ ਨਹੀਂ ਹੈ। ਉਹ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਜਿਹੜੇ ਰੱਬ ਦੀ ਭਗਤੀ ਕਰਦੇ ਨੇ ਉਹਨਾਂ ਦੇ ਮਨਾਂ ਮੂੰਹ ਹੀ ਚੰਗੇ ਭਾਗ ਨੇ। ਉਹ ਤਾਂ ਖੁਸ਼ਕਿਸਮਤ ਨੇ। ਉਹਨਾਂ ਦੀ ਤਾਂ ਹਾਲਤ ਇਹ ਹੈ ਕਿ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ स्वामी सगल घटा का अंतर्जामी। फिर सोए अचिंता जाग अचिंता जहाँ कहाँ प्रभ तू वर्तनता। फिर घर सुख वसिया बाहर सुख पाया कौ नानक गुर मंत्र दृढ़ाया। हर दर्शन कौ मन लोचदा नानक प्यास मना। परमात्मा मेरा मन लोचदा है कि मैं तेरे दर्शन करा। चेत मिलाए सो प्रभु तिसके पाए लगा। है कोई आन मिलावे मेरा प्रीतम प्यारा। अज दा हुक्म भी यहो ही है। कोई जन हर स्यों देवै जोर चरण गहों बकों शुभ रसना दीजै प्राण अकोर। चेत मिलाए सो प्रभु तिनके पाए लगा। कोई है जिहड़ा मैनू परमात्मा नाल मिला देवे। इन्ने शब्द प्रवान करना जी। भुल्लां मेरियां ने खिमा कर देनियां। उपदेश मेरे सतगुरु जी का है, अपने पल्ले बन लेना। एक बार फिर नानक शाही सम्मत 553 दियां लख 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 वधाइयां। फतेह बुलाओ जी। वाहिगुरु जी का खालसा वाहिगुरु जी की फतेह।